ਵਾਹਿਗੁਰੂ जी का खालसा वाहिगुरू जी की फतेह। प्रोग्राम करंट इशू ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਮੈਂ ਹਰਿੰਦਰ ਸਿੰਘ ਗਿੱਲ ਤੇ ਅੱਜ ਦੇ ਪ੍ਰੋਗਰਾਮ ਕਰੰਟ ਇਸ਼ੂ ਦੇ ਵਿੱਚ ਗੱਲ ਕਰਾਂਗੇ ਖਾਸ ਮੁੱਦੇ ਦੇ ਉੱਤੇ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਵਾਪਰਿਆ ਆ। ਬੀਤੇ ਦਿਨੀ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਜੋ ਕੁਝ ਹੋਇਆ ਉਸ ਤੋਂ ਬਾਅਦ ਦੇ ਵਿੱਚ ਇੱਕ ਸਿੱਖ ਨੌਜਵਾਨ ਜਿਹੜਾ ਆ ਉਸ ਦਾ ਵੀ ਕਤਲ ਉੱਥੇ ਹੁੰਦਾ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਸਮੁੱਚੀ ਜਿਹੜੀ ਡਿਸਕਸ਼ਨ ਆ ਉਸ ਦੇ ਵਿੱਚ ਜਾਣਾਂਗੇ कि क्यों अजिहा हो रहा है, इस दे पिछे कारण की ने ते इस दे हल जिहड़े आ वो की हो सकते आ। सो मेरे नाल जिहड़े मेहमान ने उन्हां दे नाल तुहाडी जान पछाण जिहड़ी आ वो करवा दईए। मेरे खब्बे पासे बैठे ने सरदार कुलवंत सिंह जी अणखी जिहड़े कि बतौर प्रिंसीपल सेवावां जिहड़ियां आ वो निभा रहे ने ते मेरे नाल ने डॉक्टर चरणजीत सिंह गुमटाला जिहड़े कि किसी भी जान पहचान के महताज नहीं ने ते नाल ही सीनियर पत्रकार सरदार जसबीर सिंह जी पट्टी जिन्हां नूं तुसीं सिख चैनल के प्रोग्रामां दे विच देखते रहिंदे हो। सो सब तो पहला मैं पट्टी साहब वाली जाना है। पट्टी साहब जिहड़ी घटना ननकाणा साहिब दे विच वापरी आ, जिस तरीके दे नाल उत्थे गुरुद्वारा साहिब दे उत्ते पत्थरबाजी की गल सामने आई आ जां उत्थे जिस तरीके दा रौला पिया आ उस नूं तुसीं किवें देख रहे हो? देखो जी, ननकाणा साहब जिहड़ा गुरुद्वारा वा वो बड़ी साडा नहीं दुनिया भर दे विच उहदा नाम जी। ते ननकाणा साहब ते पत्थरबाजी करन वाले कोई होर नहीं। तुहानूं पता होएगा भी एक ग्रंथी दी बेटी दा एक मामला होया सी, लव मैरिज दा होया सी जां चुक के घरों नूं शादी कीती सी, उस मामले नूं लैके सीगे। उस मामले दे विच जिहड़ा सी पुलिस ने उस बंदे दी जिहड़ा कुड़ी दा घरवाला बणिया सीगा उहनूं चुक्किया, फलाणे बुलाया पुछगिछ वास्ते ते ओहदे रिजल्टमेंट विच तुसीं चुक्किया क्यों फड़िया ਜਿਹੜਾ ਉਹਦਾ ਰਿਸ਼ਤੇਦਾਰ ਉਹਦਾ ਭਰਾ ਹੈ ਸ਼ਾਇਦ ਜਿਹੜਾ ਹੈਗਾ ਇਮਰਾਨ ਚਿਸ਼ਤੀ ਜਿਹੜਾ ਹੁਣ ਅੰਦਰ ਹੈ ਜੇਲ੍ਹ ਦੇ ਵਿੱਚ ਜੀ ਜੀ। ਉਸ ਵਿਅਕਤੀ ਨੇ ਜਿਹੜਾ ਸੀ ਉਹ ਜੁਮੇ ਦੀ ਨਮਾਜ਼ ਸੀ ਉੱਥੇ ਲੋਕਾਂ ਨੂੰ ਭੜਕਾਇਆ ਤੇ ਭੜਕਾ ਕੇ ਉੱਥੇ ਮੁਜ਼ਾਹਰਾ ਕੀਤਾ। ਕਰਨਾ ਸੀ ਪੁਲਿਸ ਦੇ ਖਿਲਾਫ ਤੇ ਸ਼ੁਰੂ ਕਰਤਾ ਸਿੱਖਾਂ ਦੇ ਖਿਲਾਫ। ਨਨਕਾਣਾ ਸਾਹਿਬ ਗੁਰਦੁਆਰੇ ਨੂੰ ਇਹਨਾਂ ਇੱਟਾਂ ਮਾਰੀਆਂ ਜਿਹੜੇ ਰੋੜੇ ਮਾਰੇ ਨੇ ਰੋੜੇ ਮਾਰੇ ਉੱਥੇ ਜਿਹੜਾ CCTV ਕੈਮਰਾ ਲੱਗਾ ਸੀਗਾ ਉਹ ਤੋੜਿਆ ਵਾ ਤੇ ਉਹਦੇ ਰੋੜੇ ਤੇ ਫਿਰ ਤੁਹਾਨੂੰ ਗੇਟ ਤੇ ਵੱਜੇ ਹੋਣਗੇ ਜੀ। ਲੇਕਿਨ ਇਹ ਸੀ ਮੈਂ ਇਹ ਗੱਲ ਕਹੂੰਗਾ ਜੇ ਕਿਤੇ ਪੁਲਿਸ ਸਮੇਂ ਸਿਰ ਕਾਰਵਾਈ ਕਰਦੀ ਤੇ ਇਹ ਘਟਨਾ ਨਾ ਵਾਪਰਦੀ। ਪੁਲਿਸ ਦਾ ਜਿਹੜਾ ਰਵੱਈਆ ਬੜਾ ਢਿੱਲਾ ਰਿਹਾ, ਪ੍ਰਸ਼ਾਸਨ ਦਾ ਰਵੱਈਆ ਢਿੱਲਾ ਰਿਹਾ, ਜਾਂ ਉਹਨਾਂ ਜਾਣ ਬੁੱਝ ਕੇ ਕਰਾਇਆ ਜਾਂ ਕਿਉਂ ਨਹੀਂ ਕਰਾਇਆ। ਲੇਕਿਨ ਮੈਂ ਇਹ ਵੀ ਨਾਲ ਕਹਿ ਦੂੰਗਾ ਦੁਨੀਆ ਦੇ ਵਿੱਚ ਸਿੱਖ ਮਾਈਨੋਰਟੀ ਦੇ ਵਿੱਚ ਵੀ ਮਾਈਨੋਰਟੀ ਆ, ਲੇਕਿਨ ਜਦੋਂ ਕੋਈ ਮੁੱਦਾ ਉੱਠਦਾ ਜਿੰਨਾ ਇਹ ਵਰਲਡ ਲੈਵਲ ਤੇ ਰੌਲਾ ਪਾਉਂਦੇ ਇਹਨਾਂ ਕਦੀ ਕਿਸੇ ਨਹੀਂ ਪਾਇਆ, ਜਿਹਦੇ ਕਰਕੇ ਕਾਰਵਾਈ ਵੀ ਹੁੰਦੀ ਹੈ। ਉੱਥੇ ਕਾਰਵਾਈ ਹੋਈ, ਉਹ ਬੰਦਾ ਫੜ ਕੇ ਅੰਦਰ ਦਿੱਤਾ, ਕੁਛ ਹੋਰ ਪਰਿਵਾਰਕ ਮੈਂਬਰਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਇਸ ਕਰਕੇ ਨਨਕਾਣਾ ਸਾਹਿਬ ਦਾ ਮਾਮਲਾ ਜਿਹੜਾ ਵਾ ਇੰਟਰਨੈਸ਼ਨਲ ਮਾਮਲਾ ਬਣ ਗਿਆ। ਇੱਕ ਪਾਸੇ ਤੇ ਇਮਰਾਨ ਖਾਨ ਹੋਣੀ ਕਰਤਾਰਪੁਰ ਦਾ ਲਾਂਘਾ ਜਿਹੜਾ ਸੀ ਦੇਖ ਕੇ ਉਹਨਾਂ ਨੇ ਇੰਟਰਨੈਸ਼ਨਲ ਦੇ ਭੱਲੇ ਪਲ ਖੱਟੀ, ਦੂਜੇ ਪਾਸੇ ਇਸ ਹਮਲੇ ਨੇ ਉਹਨਾਂ ਦੀ ਆਭਾ ਨੂੰ ਥੋੜ੍ਹੀ ਜਿਹੀ ਠੇਸ ਜ਼ਰੂਰ ਪਹੁੰਚਾਈ ਹੈ। ਲੇਕਿਨ ਜਿਹੜਾ ਕਿ ਉਹਨਾਂ ਨੇ ਇਸ ਗੱਲ ਦੀ ਮਾਫੀ ਵੀ ਮੰਗੀ ਹੈ ਤੇ ਉਹਨਾਂ ਕਿਹਾ ਵੀ ਕਿਸੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਤੇ ਜਿਹੜੇ ਸਿੱਖ ਉੱਥੇ ਰਹੇ ਨੇ ਥੋੜ੍ਹੇ ਜਿਹੇ ਸਿੱਖ ਨੇ ਜੀ, ਜੇ ਕਿਤੇ ਇਕੱਲਾ ਸਿੱਖਾਂ ਦੇ ਖਿਲਾਫ ਹੁੰਦਾ ਉਹ ਮੁਜ਼ਾਹਰਾ ਜੀ, ਇੱਕ ਮਤਲਬ ਜਿਹਨੂੰ ਕਹਿੰਦੇ ਆਪਾਂ ਫਿਰਕੂ ਮੁਜ਼ਾਹਰਾ ਹੁੰਦਾ ਤੇ ਸਿੱਖਾਂ ਦੀਆਂ ਦੁਕਾਨਾਂ ਉਸ ਚੌਂਕ ਦੇ ਵਿੱਚ 6-7 ਨੇ ਕੱਪੜੇ ਦੀਆਂ ਜੀ, ਉਹ ਦੁਕਾਨਾਂ ਨੂੰ ਅੱਗ ਵੀ ਲਾ ਸਕਦੇ ਲੇਕਿਨ ਕਿਸੇ ਦੁਕਾਨ ਨੂੰ ਨੁਕਸਾਨ ਨਹੀਂ ਪਹੁੰਚਾਇਆ। ਇਹ ਸਿਰਫ ਇੱਕ ਜਾਤੀ ਲੜਾਈ ਸੀ, ਉਸ ਵਿਅਕਤੀ ਦੀ ਜਾਤੀ ਲੜਾਈ ਨੂੰ ਉਹਨੇ ਫਿਰਕੂ ਬਣਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਨਨਕਾਣਾ ਸਾਹਿਬ ਦੇ ਜਿਹੜੇ ਮੁਸਲਮਾਨ ਸੀ ਉਹਨਾਂ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ ਜੀ। ਜਦੋਂ ਇੰਟਰਨੈਸ਼ਨਲ ਲੈਵਲ ਤੇ ਰੌਲਾ ਪਿਆ ਫਿਰ ਬੰਦਿਆਂ ਦੇ ਖਿਲਾਫ ਪਰਚੇ ਵੀ ਦਰਜ ਹੋਏ, ਪ੍ਰਸ਼ਾਸਨ ਦੀ ਵੀ ਖਿਚਾਈ ਹੋਈ, ਪ੍ਰਸ਼ਾਸਨ ਨੇ ਜਾ ਕੇ ਮੱਥਾ ਵੀ ਟੇਕਿਆ। ਕੱਲ ਫਿਰ ਜਾ ਕੇ ਜਿਹੜੇ ਸਾਈਂ ਮੀਆਂ ਮੀਰ ਕਾਦਰੀ ਸਾਹਿਬ ਨੇ ਉਹਨਾਂ ਜਾ ਕੇ ਚੌਰ ਸਾਹਿਬ ਵੀ ਕੀਤਾ, ਉੱਥੇ ਜਾ ਕੇ ਮੱਥਾ ਵੀ ਟੇਕਿਆ ਤੇ ਉੱਥੇ ਵੀ ਉਹਨਾਂ ਦੇ ਬਾਬੇ ਅੱਗੇ ਅਰਦਾਸ ਕੀ ਸੱਚੇ ਪਾਤਸ਼ਾਹ ਤੇਰੇ ਦਰਬਾਰ ਤੇ ਜਿਹੜਾ ਮਾੜੀ ਮੋਟੀ ਕਰ ਵੀ ਅਸੀਂ ਦੀ ਮਾਫੀ ਚਾਹੁੰਦੇ ਹਾਂ। ਇਹ ਸੀ ਸਦਭਾਵਨਾ ਦੀ ਗੱਲ ਜੀ। ਤੇ ਮੈਂ ਇਹ ਸਮਝਦਾ ਵੀ ਇਹ ਫਿਰਕੂ ਮਾਮਲਾ ਨਹੀਂ ਸੀਗਾ, ਬਿਲਕੁਲ ਇਹ ਮਾਮਲਾ ਜਾਤੀ ਸੀਗਾ ਜੀ ਜੀ। ਇਸ ਕਰਕੇ ਇਹਨੂੰ ਜਾਤੀ ਫਿਰਕੂ ਨਾ ਬਣਾਇਆ ਜਾਂਦਾ ਜੀ ਜੀ। ਅਣਖੀ ਸਾਹਿਬ ਤੁਹਾਡੇ ਵੱਲ ਆਵਾਂ ਮੈਂ ਬੜੀਆਂ ਗੱਲਾਂ ਸੁਣੀ ਦੀਆਂ ਕਿ ਜਦੋਂ ਪਾਕਿਸਤਾਨ ਦੇ ਵਿੱਚ ਸਿੱਖ ਜਾਂਦੇ ਆ ਬੜੇ ਪਿਆਰ ਨਾਲ ਉਹ ਮਿਲਦੇ ਆ, ਅਚਾਨਕ ਜਿਹੀ ਘਟਨਾ ਜਿਹੜੀ ਆ ਉਹ ਸਾਹਮਣੇ ਆਉਣੀ, ਇੱਕ ਮੁਸਲਮਾਨ ਦੇ ਵੱਲੋਂ ਕੈਮਰੇ ਦੇ ਅੱਗੇ ਹੋ ਕੇ ਬਿਆਨਬਾਜ਼ੀ ਅਜਿਹੀ ਕੀਤੀ ਜਾਣੀ कि ਜਿਹੜਾ ਨਨਕਾਣੇ ਦਾ ਨਾਮ ਜਿਹੜਾ ਆ ਉਹ ਬਦਲ ਦਿੱਤਾ ਜਾਏਗਾ। ਇਸ ਤਰੀਕੇ ਨਾਲ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ ਕਿ ਇਹ ਕੁਝ ਸ਼ਰਾਰਤੀ ਅੰਸਰ ਨੇ ਜਾਂ ਇਹ ਕੀ ਸਾਬਤ ਕਰਨਾ ਚਾਹੁੰਦੇ ਆ? ਗਿੱਲ ਸਾਹਿਬ, ਜਿਸ ਤਰ੍ਹਾਂ
ਸਾਡੇ ਦੋਸਤ ਪੱਟੀ ਸਾਹਿਬ ਨੇ ਦੱਸਿਆ ਜੀ ਵੀ ਗੱਲ ਨਿੱਜੀ ਹੈ ਜੀ ਉਹ ਜਿਸ ਮੁੰਡੇ ਦਾ ਜਗਜੀਤ ਕੌਰ ਬੀਬੀ ਨਾਲ ਵਿਆਹ ਹੋਇਆ ਜਾਂ ਜ਼ਬਰਦਸਤੀ ਕੀਤਾ ਗਿਆ ਨਾ ਪੜਿਆ ਗਿਆ ਜੀ ਇਹ ਜਿਹੜਾ ਮੌਲਵੀ ਹੈ ਜਿਹੜਾ ਉਹਦਾ ਭਰਾ ਨਾ ਇਮਰਾਨ ਚਿਸ਼ਤੀ ਜੀ ਇਹ ਉਹਦਾ ਭਰਾ ਵਾ ਤੇ ਨਾਲੇ ਹੈਗਾ ਮੌਲਵੀ ਜੀ ਧਾਰਮਿਕ ਤੌਰ ਤੇ ਵੀ ਇਹ ਥੋੜਾ ਬਹੁਤ ਆਪਣੇ ਆਪ ਨੂੰ ਐਕਟਿਵ ਗਿਣਦਾ ਵਾ ਇਸ ਕਰਕੇ ਇਸ ਬੰਦੇ ਨੇ ਜੀ ਕਿਉਂਕਿ ਪੁਲਿਸ ਦਾ ਰੋਲ ਜਿਹੜਾ ਨਾ ਇਹਦੇ ਵਿੱਚ ਉਹ ਬਹੁਤਾ ਆਪਾਂ ਕਹਿ ਸਕਦੇ ਆ ਵੀ ਸੁਲਝਿਆ ਨਹੀਂ ਰਿਹਾ ਜੀ ਭਈ ਕੁੜੀ ਉੱਥੇ ਹੈਗੀ ਆ ਸ਼ੈਲਟਰ ਹੋਮ ਦੇ ਵਿੱਚ ਜੀ 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 ਤੇ ਇਹਨਾਂ ਨੇ ਉਹ ਇਕੱਲੇ ਮੁੰਡੇ ਨੂੰ ਨਹੀਂ ਉਸ ਮੁੰਡੇ ਦੇ ਜਿੰਨੇ ਯਾਰ ਦੋਸਤ ਆ ਜਿੰਨੇ ਭੈਣ ਭਰਾ ਭੂਆ ਮਾਸੀ ਦੇ ਲੜਕੇ ਵਗੈਰਾ 40 ਬੱਚਿਆਂ ਨੂੰ ਇਹਨਾਂ ਕੀਤਾ ਇੰਟਰੋਗੇਟ ਜੀ ਜੀ ਉਸ ਇੰਟਰੋਗੇਸ਼ਨ ਤੋਂ ਬਾਅਦ ਭੜਕ ਗਏ ਤੇ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਬੰਦਾ ਕਮਲਾ ਬੁੜਾ ਹੋਇਆ ਉਹਨਾਂ ਨੂੰ ਰਾਹ ਨਹੀਂ ਲੱਭਾ ਤੇ ਉਹਨਾਂ ਇਹ ਨਿੱਜੀ ਲੜਾਈ ਨੂੰ ਇਹਦਾ ਫਾਇਦਾ ਲੈਣ ਵਾਸਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਤੇ ਜਿਹੜੀ ਇਹ ਘਨੌਣੀ ਕਰਤੂਤ ਕੀਤੀ ਆ ਬਿਲਕੁਲ ਪ੍ਰਸ਼ਾਸਨ ਦੀ ਗੱਲ ਕਰੀਏ ਜਿਹੜਾ ਗੁਰਦੁਆਰਾ ਸਾਹਿਬ ਦਾ ਗੇਟ ਆ ਨਾ ਜਨਮ ਸਥਾਨ ਦਾ ਉੱਥੋਂ ਸਿਰਫ 40 ਮੀਟਰ ਦੂਰ ਹੈ ਡੀਸੀ ਦਫ਼ਤਰ ਜੀ ਡੀਸੀ ਨਨਕਾਣਾ ਸਾਹਿਬ ਉੱਥੇ ਹਮੇਸ਼ਾ ਪੁਲਿਸ ਰਹਿੰਦੀ ਆ ਜੀ ਜੇ ਪੁਲਿਸ ਨੇ ਵੇਖਿਆ ਜੀ ਵੇੜੇ ਸਿਰ ਤੇ ਫਰੀਦ ਦਾ ਕਾਰਵਾਈ ਕਰਦੀ ਤੇ ਜੋ ਇਸ ਵੇਲੇ ਪਾਕਿਸਤਾਨ ਸਰਕਾਰ ਨੂੰ ਤੇ ਪਾਕਿਸਤਾਨ ਦੇ ਲੋਕਾਂ ਨੂੰ ਨਮੋਸ਼ੀ ਝੱਲਣੀ ਪੈ ਰਹੀ ਆ ਉਹ ਨਹੀਂ ਸੀ ਝੱਲਣੀ ਪੈਣੀ ਡੀਸੀ ਦਫ਼ਤਰ ਵਿੱਚ ਹਮੇਸ਼ਾ ਫੋਰਸ ਕਰੀਂਦੀ ਆ ਜੀ ਤੇ ਗੁਰਦੁਆਰਾ ਸਾਹਿਬ ਦੀ ਕੰਧ ਤੇ ਇਹ ਜਿਹੜਾ ਡੀਸੀ ਆਫਿਸ ਨਨਕਾਣਾ ਸਾਹਿਬ ਹੈ ਬਿਲਕੁਲ ਵਿਚਕਾਰ ਸੜਕ ਹੀ ਸਿਰਫ ਇਹਨਾਂ ਦੀ ਹੈਗੀ ਆ ਜੀ ਤੇ ਜਿਹੜਾ ਗੁਰਦੁਆਰਾ ਸਾਹਿਬ ਦਾ ਗੇਟ ਹੈ ਉੱਥੋਂ ਸਿਰਫ 40 ਮੀਟਰ ਦੂਰ ਆ ਇਹ ਡੀਸੀ ਆਫਿਸ ਜਿਹੜਾ ਵਾ ਜੀ ਜੀ ਇਸ ਕਰਕੇ ਜੇ ਪ੍ਰਸ਼ਾਸਨ ਨੇ ਜਿਹੜੇ ਸਿਰ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਆਪਣਾ ਪ੍ਰੋਪਰ ਜੋ ਰੋਲ ਉਹਦਾ ਬਣਦਾ ਸੀ ਜੋ ਉਹਦੇ ਫਰਜ਼ ਬਣਦੇ ਸੀ ਜੇ ਉਹਨੇ ਨਿਭਾਏ ਹੁੰਦੇ ਤਾਂ ਇਹ ਜਿਹੜੀ ਗੱਲ ਆ ਇਹ ਨਹੀਂ ਸੀ ਹੋਣੀ ਅੱਜ ਤੋਂ 1 ਸਾਲ ਪਹਿਲਾਂ ਜਦੋਂ ਇਮਰਾਨ ਖਾਨ ਨੇ ਤੇ ਆਪਣੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਰਤਾਰਪੁਰ ਸਾਹਿਬ ਦਾ ਲੰਘਾ ਖੋਲਣ ਦੀ ਸ਼ੁਰੂਆਤ ਕੀਤੀ ਸੀ ਤੇ ਕੁੱਲ ਦੁਨੀਆ ਦੇ ਸਿੱਖ ਜਿਹੜੇ ਸੀ ਤੇ ਉਹ ਇਸ ਸਦਭਾਵੀ ਫੈਸਲੇ ਤੋਂ ਬਹੁਤ ਖੁਸ਼ ਸੀ ਜੀ ਵੀ ਇਹ ਇੱਕ ਬੜਾ ਵੱਡਾ ਸਟੈਪ ਆ ਦੋਵਾਂ ਦੇਸ਼ਾਂ ਨੂੰ ਮਿਲਾਉਣ ਵਾਸਤੇ ਇੱਕ ਲਾਂਘਾ ਜਿਹੜਾ ਖੁੱਲ ਰਿਹਾ ਵਾ ਉਸ ਵੇਲੇ ਇਮਰਾਨ ਖਾਨ ਦੀ ਜਿਹੜੀ ਸੀ ਨਾ ਬਹੁਤ ਇੱਜ਼ਤ ਸਤਿਕਾਰ ਜਿਹੜਾ ਸਿੱਖਾਂ ਦੇ ਮਨ 'ਚ ਬਣਿਆ ਸੀ ਉਸ ਦਾ ਪਲੱਸ ਪੁਆਇੰਟ ਇਹ ਵੀ ਹੈਗਾ ਵਾ ਵੀ ਇੱਕ ਬਹੁਤ ਸੀਮਤ 9-10 ਮਹੀਨੇ ਦੇ ਸਮੇਂ 'ਚ ਉਹਨੇ ਏਡਾ ਵੱਡਾ ਪ੍ਰੋਜੈਕਟ ਪੂਰਾ ਕਰਕੇ ਸਿੱਖ ਕੌਮ ਦੇ ਹਵਾਲੇ ਕਰਦਾ ਵਾ ਜਿਹਦੀ ਛੇਤੀ ਕਿਤੇ ਆਪਾਂ ਇਹਨਾਂ ਮੁਲਕਾਂ ਦਾ ਅਸਰ ਨਹੀਂ ਰੱਖ ਸਕਦੇ ਉਹਨੇ ਖੁਦ ਵੀ ਕਿਹਾ ਸੀ ਕਿ ਮੈਂ ਆਪਣੀ ਜਿਹੜੀ PWD ਆ ਸਿਵਲ ਪ੍ਰਸ਼ਾਸਨ ਜਦੋਂ ਉਹਨਾਂ ਨੂੰ ਕਿਹਾ ਤੇ ਉਹਨਾਂ ਕਿਹਾ ਵੀ ਇਹਦੇ ਜੀ 4-5 ਸਾਲ ਲੱਗਣੇ ਆ ਬਿਲਕੁਲ ਬਿਲਕੁਲ ਉਸ ਦੀ ਜਿਹੜੀ ਆਰਮੀ ਸੀ ਉਹਨਾਂ ਨੇ ਇੱਕ ਰਿਕਾਰਡ ਸਮੇਂ ਵਿੱਚ ਜੋ ਉੱਥੇ ਇੱਕ ਅਜੂਬਾ ਬਣਾਇਆ ਵਾ ਉਹ ਹੈ ਵੀ ਮਿਆਰੀ ਆ ਜਿਸ ਤਰ੍ਹਾਂ ਦਾ ਕੰਮ ਉੱਥੇ ਹੋਇਆ ਵਾ ਉਹ ਬਹੁਤ ਵਧੀਆ ਤੇ ਬਿਲਕੁਲ ਬੜੀ ਭੱਲ ਖੱਟੀ ਆ ਇਸ ਚੀਜ਼ ਨੂੰ ਲੈ ਕੇ ਅਣਖੀ ਸਾਹਿਬ ਬਹੁਤ ਤਾਰੀਫ ਜਿਹੜੀ ਆ ਉਹ ਪਾਕਿਸਤਾਨ ਸਰਕਾਰ ਦੀ ਵੀ ਹੋਈ ਆ ਪਰ ਜਿਹੜਾ ਹੁਣ ਤਾਜ਼ਾ ਮਸਲਾ ਜਿਹੜਾ ਵਾਪਰਿਆ ਆ ਮੈਂ ਤੁਹਾਡੇ ਵੱਲ ਫੇਰ ਆਉਣਾ ਆ ਡਾਕਟਰ ਸਾਹਿਬ ਤੁਹਾਡੇ ਵੱਲ ਆਵਾਂ ਕਿ ਇਸ ਗੱਲ ਨੂੰ ਜਿਸ ਤਰੀਕੇ ਨਾਲ ਲਿਆ ਜਾ ਰਿਹਾ ਵਿਸ਼ਵ ਭਰ ਦੇ ਸਿੱਖਾਂ ਦੇ ਵੱਲੋਂ ਸਰਕਾਰ ਦਾ ਇਸ ਦੇ ਵਿੱਚ ਤੁਸੀਂ ਸਮਝਦੇ ਹੋ ਕੋਈ ਕਸੂਰ ਹੈਗਾ ਆ ਜਾਂ ਨਹੀਂ ਹੈਗਾ ਜਾਂ ਸਰਕਾਰ ਜਿਹੜੀ ਆ ਉਹ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਜਦੋਂ ਪ੍ਰੈਸ਼ਰ ਬਣਿਆ ਉਸ ਤੋਂ ਬਾਅਦ 'ਚ ਹੀ ਹੋਈ ਆ ਉਹ ਇਸ ਤਰ੍ਹਾਂ ਜੀ ਜਿਹੜਾ ਉੱਥੋਂ ਦਾ ਮੰਤਰੀ ਹੈ ਜੀ ਇੰਟੀਰੀਅਰ ਮਿਨਿਸਟਰ ਕਹਿੰਦੇ ਜਿਹਨੂੰ ਜੀ ਜਾਂ ਗ੍ਰਹਿ ਗ੍ਰਹਿ ਮੰਤਰੀ ਆ ਉਹਦੇ ਅੰਡਰ ਪੁਲਿਸ ਹੁੰਦੀ ਹੈ ਉਹ ਨਨਕਾਣੇ ਸਾਹਿਬ ਦਾ MP ਹੈਗਾ ਉੱਥੋਂ ਦਾ ਹੀ ਹੈ ਉਹਨੇ ਵੀ ਮਾਫੀ ਮੰਗੀ ਨੇ ਉਹਨੇ ਕਿਹਾ ਵੀ ਸਾਡੀ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਨੇ ਮਨਖੀ ਸਾਹਿਬ ਨੇ ਗੱਲ ਕੀਤੀ ਹੈ ਉਹਨੂੰ ਫੌਰੀ ਹਰਕਤ 'ਚ ਆਉਣਾ ਚਾਹੀਦਾ ਸੀਗਾ ਲੇਕਿਨ ਹੁਣ ਉਹ ਬੰਦਾ ਜਿਹੜਾ ਉਹਦੀ ਜ਼ਮਾਨਤ ਨਹੀਂ ਹੋ ਸਕਦੀ ਉਹਨੂੰ ਫੜ ਕੇ ਗ੍ਰਿਫਤਾਰ ਕੀਤਾ ਇਹਨਾਂ ਨੇ ਤੇ 9 ਤਰੀਕ ਨੂੰ ਹੀਅਰਿੰਗ ਹੋ ਰਹੀ ਜਿਹੜੇ ਹੁਣੇ ਪੱਟੀ ਸਾਹਿਬ ਨੇ ਗੱਲ ਸੁਣਾਈ ਸਾਰੀ ਉਸ ਕੇਸ ਦੀ ਉਹਦੀ ਬੀਬੀ ਆ ਉਹ ਸ਼ੈਲਟਰ ਰੂਮ 'ਚ ਹੈਗੀ ਆ ਇਸ ਵੇਲੇ ਤੇ ਜਿਹੜੀ ਗੱਲ ਵੇਖਣ ਵਾਲੀ ਇਹ ਹੈ ਵੀ ਜੇ ਸਾਡੀ ਭਾਰਤ ਸਰਕਾਰ ਆ ਸਾਡਾ ਭਾਰਤੀ ਮੀਡੀਆ ਜਿਹੜਾ ਇਹਦਾ ਬੜਾ ਜਿਹੜਾ ਰੋਲ ਆ ਉਹ ਏਡਾ ਵਧੀਆ ਨਹੀਂ ਹੈਗਾ ਇਹ ਬੜਾ ਪਾਕਿਸਤਾਨ ਦੇ ਯਾਨੀ ਕਿ ਚਾਹੀਦਾ ਉਸਾਰੂ ਪਹੁੰਚ ਚਾਹੀਦੀ ਹੈ ਬਣਾਉਣੀ ਸਾਨੂੰ ਵੀ ਜੇ ਉਹ ਪਰਿਵਾਰਕ ਲੜਾਈ ਆ ਕੋਈ ਤੇ ਉਹ ਲੜਾਈ ਨੂੰ ਇਹਨਾਂ ਨੇ ਸਾਡੇ ਜਿਹੜੇ ਮੀਡੀਆ ਨੇ ਕਿਸੇ ਵੱਖਰੇ ਰੂਪ ਦਿੱਤਾ ਇੱਕ ਇਸ ਕਰਕੇ ਸਾਨੂੰ ਸਾਵਧਾਨ ਹੋਣ ਦੀ ਲੋੜ ਆ ਸਾਰੇ ਵਰਲਡ ਦੇ ਸਿੱਖਾਂ ਨੂੰ ਤੇ ਭਈ ਸਾਨੂੰ ਜਿਵੇਂ ਮੈਨੂੰ ਗੱਲ ਯਾਦ ਆਉਂਦੀ ਆ ਆਪਣੇ ਜਿਹੜੇ ਹੈਗੇ ਨੇ ਵਾਸ਼ਿੰਗਟਨ DC ਤੋਂ ਸਾਡੇ ਸਿੱਖ ਸਕਾਲਰ ਡਾਕਟਰ ਰਾਜਵੰਤ ਸਿੰਘ ਹੋਰੀ ਸਭ ਤੋਂ ਪਹਿਲਾਂ ਉਹਨਾਂ ਦਾ ਰਿਐਕਸ਼ਨ ਆਇਆ ਸੀਗਾ ਵੀ ਜਿਹੜੀ ਘਟਨਾ ਵਾ
ਇਹ ਮਾਮੂਲੀ ਘਟਨਾ ਨੂੰ ਉਛਾਲਿਆ ਨਾ ਜਾਵੇ। ਇਹ ਸਾਡਾ ਜਿਹੜਾ ਭਾਰਤੀ ਮੀਡੀਆ ਹੈਗਾ ਉਹਨੇ ਬੜਾ ਉਛਾਲਿਆ, ਸਾਡੇ ਸਿਆਸਤਦਾਨਾਂ ਨੇ ਉਛਾਲਿਆ, ਉਹ ਤੁਸੀਂ ਸਾਰੀਆਂ ਰਿਪੋਰਟਾਂ ਅਖਬਾਰਾਂ 'ਚ ਆ ਚੁੱਕੀਆਂ। ਇਹ ਸਾਰੀਆਂ ਮੈਂ ਉਹਦੇ ਮਗਰ ਨਹੀਂ ਜਾਣਾ ਚਾਹੁੰਦਾ। ਬਾਕੀ ਪਾਕਿਸਤਾਨ ਦੇ ਵਿੱਚ ਮੈਂ 2 ਦਫਾ ਹੋ ਕੇ ਆਇਆ ਉੱਥੋਂ। ਉੱਥੇ 35 ਲੱਖ ਜਿਹੜੇ ਨੇ ਹਿੰਦੂ ਵਸਦੇ ਆ ਤੇ 28 ਲੱਖ ਕ੍ਰਿਸਚੀਅਨ ਹੈਗੇ ਨੇ, 20,000 ਤੋਂ ਉੱਪਰ ਕੋਈ ਸਿੱਖ ਹੈਗੇ ਨੇ ਉੱਥੇ ਰਹਿੰਦੇ ਆ। ਜ਼ਿਆਦਾ ਬਹੁਤੇ ਪਖਤੂਨ ਉੱਧਰ ਨੇ, ਪਿਸ਼ਾਵਰ ਵਿੱਚ ਹੀ ਆ। ਨਨਕਾਣੇ ਸਾਹਿਬ ਕੁਝ ਫੈਮਿਲੀਜ਼ ਹੈਗੀਆਂ, ਜਿਵੇਂ ਦੱਸਿਆ ਨਨਕਾਣੇ ਸਾਹਿਬ ਦੁਕਾਨਾਂ ਹੈਗੀਆਂ, ਕਾਰੋਬਾਰ ਕਰਦੇ ਆ। ਤੇ ਸਾਡੀ ਗੱਲ ਵਿਖਾਉਣੀ ਵੀ ਜਿਹੜਾ ਸਾਡਾ ਸਾਰਾ ਸਿੱਖ ਇਤਿਹਾਸ ਆ ਉਹ ਸਾਰਾ ਲਾਹੌਰ ਨਾਲ ਸੰਬੰਧਿਤ ਆ। ਸਾਡੇ ਗੁਰਦੁਆਰੇ ਸਾਰੇ ਬਹੁਤੇ ਉੱਧਰ ਹੈਗੇ ਆ। ਇਸ ਕਰਕੇ ਜਿਹੜੇ ਸਾਨੂੰ ਅਸੀਂ ਚਾਹੁੰਦੇ ਜਿਹੜੇ ਸਾਰੇ ਦੁਨੀਆ ਦੇ ਸਿੱਖ ਚਾਹੁੰਦੇ ਵੀ ਸਾਡੇ ਜਿਹੜੇ ਸੰਬੰਧ ਨੇ ਉਹ ਦੋਵਾਂ ਮੁਲਕਾਂ ਦੇ ਸੁਧਰਨੇ ਚਾਹੀਦੇ ਆ। ਉਹ ਲੋਕ ਉੱਥੋਂ ਦੇ ਚਾਹੁੰਦੇ ਵੀ ਅਸੀਂ ਆਈਏ, ਲੇਕਿਨ ਜਿਨ੍ਹਾਂ ਲੋਕਾਂ ਕੋਲ ਤੇ ਵਿਦੇਸ਼ੀ ਪਾਸਪੋਰਟ ਨੇ, ਚਾਹੇ ਉਹ ਪਾਕਿਸਤਾਨ 'ਚ ਨੇ ਚਾਹੇ ਉਹ ਇੰਡੀਆ 'ਚ ਨੇ, ਉਹ ਤੇ ਜਾ ਸਕਦੇ ਆ। ਲੇਕਿਨ ਜਿਹੜੀ ਮੈਜੋਰਟੀ ਆ ਉਹ ਉਹਨਾਂ ਕੋਲ ਜਾਂ ਤੇ ਪਾਕਿਸਤਾਨੀ ਕੋਲ ਪਾਕਿਸਤਾਨੀ ਪਾਸਪੋਰਟ ਆ, ਸਾਡੇ ਕੋਲ ਮੈਜੋਰਟੀ ਕੋਲ ਇੰਡੀਅਨ ਪਾਸਪੋਰਟ ਆ। ਲੋੜ ਇਹ ਆ ਵੀ ਜਿਹੜੇ ਬਜ਼ੁਰਗ ਨੇ 60 ਸਾਲ ਤੋਂ ਉੱਪਰ ਕੋਈ ਲਿਮਿਟ ਰੱਖ ਦੇਣ, ਉਹਨਾਂ ਨੂੰ ਇਹ ਆਉਣ ਜਾਣ ਦੀ ਆਗਿਆ ਹੋਣੀ ਚਾਹੀਦੀ ਆ। ਲੋਕ ਵੱਧ ਤੋਂ ਵੱਧ ਆਉਣ ਜਾਣ। ਦੂਜੀ ਗੱਲ ਤੇ ਵਪਾਰ ਇਹਨਾਂ ਨੇ ਬੰਦ ਕਰਤਾ, 200% ਟੈਕਸ ਲਾਤਾ, ਹੋਰ ਕਿਸੇ ਲਾਇਆ ਨਹੀਂ ਇਹਨਾਂ ਨੇ। ਇਸ ਲਈ ਉਹ ਵਪਾਰ ਵੀ ਖੁੱਲ੍ਹਣਾ ਚਾਹੀਦਾ। ਸਾਡੇ ਹਜ਼ਾਰਾਂ ਡਾਕਟਰ ਸਾਹਿਬ ਮੈਂ ਤੁਹਾਡੇ ਵੱਲ ਦੁਬਾਰਾ ਫੇਰ ਆਉਣਾ ਵਾ। ਅਣਖੀ ਸਾਹਿਬ, ਜੇ ਗੱਲ ਕਰੀਏ ਜਿਵੇਂ ਸਿੱਖ ਲੜਕੀ ਦਾ ਮਾਮਲਾ ਜਿਹੜਾ ਆ ਉਹ ਸਾਹਮਣੇ ਆ, ਕਿਤੇ ਨਾ ਕਿਤੇ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਦੀਆਂ ਘਟਨਾਵਾਂ ਜਿਹੜੀਆਂ ਉਹ ਵਾਪਰਦੀਆਂ ਨੇ, ਜੇਕਰ ਕਿਸੇ ਸਿੱਖ ਲੜਕੀ ਨੂੰ ਉਸ ਦਾ ਧਰਮ ਤਬਦੀਲ ਕਰਨ ਦੀ ਗੱਲ ਜੇਕਰ ਸਾਹਮਣੇ ਆਉਂਦੀ ਹੈ, ਜਾਂ ਜਿਵੇਂ ਉੱਥੇ ਡਾਕਟਰ ਸਾਹਿਬ ਨੇ ਦੱਸਿਆ ਕਿ ਸਿੱਖ ਜਿਹੜੇ ਆ ਬਹੁਤ ਘੱਟ ਨੇ, 20,000 ਦੇ ਕਰੀਬ ਜਿਹੜੀ ਆ ਉਹ ਇਹ ਦੱਸ ਰਿਹਾ ਕਿ ਸਿੱਖ ਹੈਗੇ ਆ। ਸੋ ਕਿਤੇ ਨਾ ਕਿਤੇ ਸਰਕਾਰ ਦੀ, ਉੱਧਰ ਦੀ ਸਰਕਾਰ ਦੀ ਵੀ ਢਿੱਲ ਜਿਹੜੀ ਆ ਉਹ ਹੈਗੀ ਆ ਕਿ ਇਸ ਤਰੀਕੇ ਦੀਆਂ ਘਟਨਾਵਾਂ ਜਿਹੜੀਆਂ ਉਹ ਨਾ ਵਾਪਰਨ, ਜਿਹੜੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਭਵਿੱਖ ਦੇ ਵਿੱਚ ਵੱਖ-ਵੱਖ ਮਜ਼ਹਬਾਂ ਦੇ ਵਿੱਚ ਵਿਤਕਰਾ ਜਿਹੜਾ ਆ ਤੇ ਦੂਰੀ ਜਿਹੜੀ ਉਹ ਪੈਦਾ ਕਰ ਸਕਦੀਆਂ ਨੇ। ਇੰਝ ਲੱਗਦਾ ਵਾ ਵੀ ਸਰਕਾਰ ਦੀ ਢਿੱਲ ਨਹੀਂ ਗਈ, ਪ੍ਰਸ਼ਾਸਨ ਦੀ ਢਿੱਲ ਆ ਜੀ। ਜਿਹੜੇ ਉੱਥੇ ਜ਼ਿੰਮੇਵਾਰ ਅਧਿਕਾਰੀ ਆ ਨਾ, ਉਹਨਾਂ ਦੀ ਢਿੱਲ ਆ ਜੀ। ਕਿਉਂਕਿ ਜੇ ਸਰਕਾਰ ਦੀ ਢਿੱਲ ਹੁੰਦੀ ਜੀ, ਕਿਉਂਕਿ ਇਮਰਾਨ ਖਾਨ ਨੇ ਇਸ ਚੀਜ਼ ਦੀ ਮਾਫੀ ਮੰਗੀ ਆ ਜੀ, ਤੇ ਉਹਨੇ ਇਹ ਵੀ ਕਿਹਾ ਵਾ ਵੀ ਇਹ ਜਿਹੜਾ ਬੰਦਾ ਪਕੜਿਆ ਗਿਆ ਵਾ ਇਹਦੇ ਤੇ ਇੰਨੀ ਸਖਤ ਕਾਰਵਾਈ ਹੋਊਗੀ ਵੀ ਅੱਗੇ ਤੋਂ ਕੋਈ ਇਹੋ ਜਿਹਾ ਕੰਮ ਕਰਨ ਦੀ ਹਿੰਮਤ ਨਹੀਂ ਕਰੂਗਾ। ਵੈਸੇ ਜੀ ਇਨ ਫਿਊਚਰ ਉਹਨਾਂ ਨੇ ਸਿੱਖਾਂ ਨੂੰ ਪੂਰੀ ਸਿਕਿਉਰਿਟੀ ਦਾ ਜਿਹੜਾ ਨਾ ਉਹ ਸਾਨੂੰ ਭਰੋਸਾ ਦਿੱਤਾ ਵਾ ਜੀ ਜੀ। ਇਸ ਕਰਕੇ ਆਪਾਂ ਸਰਕਾਰ ਨੂੰ ਕਿਸੇ ਸ਼ੱਕੀ ਨਿਗਾਹ ਨਾਲ ਨਹੀਂ ਵੇਖ ਸਕਦੇ ਜੀ। ਤੇ ਪ੍ਰਸ਼ਾਸਨ ਕਿਉਂਕਿ ਉਥੋਂ ਦਾ ਵੀ ਸਾਡੇ ਵਾਂਗੂ ਬੜਾ ਭ੍ਰਿਸ਼ਟ ਆ, ਤੇ ਭ੍ਰਿਸ਼ਟ ਪ੍ਰਸ਼ਾਸਨ ਜਿਹੜਾ ਨਾ ਉਹ ਬਹੁਤਾ ਐਫੀਸ਼ੀਐਂਟਲੀ ਕੰਮ ਨਹੀਂ ਕਰ ਸਕਦਾ ਜੀ ਜੀ। ਇਸ ਕਰਕੇ ਸਰਕਾਰ ਦੀ ਬਜਾਏ ਜੇ ਆਪਾਂ ਕਹੀਏ ਵੀ ਉਥੋਂ ਦਾ ਪ੍ਰਸ਼ਾਸਨ ਜਿਹੜਾ ਵਾ ਉਹ ਨਕਮਾ ਨਿਕਲਿਆ, ਜਿਨ੍ਹਾਂ ਨੇ ਸਾਰੇ ਪਾਕਿਸਤਾਨ ਵਾਸਤੇ ਇੱਕ ਬੜੀ ਪਚੀਦਾ ਦੀ ਸਥਿਤੀ ਪੈਦਾ ਕਰ ਦਿੱਤੀ ਆ। ਦੁਨੀਆ ਨੂੰ ਜਵਾਬ ਨਹੀਂ ਦੇ ਸਕਦਾ ਇਸ ਵੇਲੇ ਉਹ। ਇਹ ਪ੍ਰਸ਼ਾਸਨ ਦੀ ਨਲਾਇਕੀ ਆ। ਤੇ ਮੈਂ ਸਮਝਦਾ ਵੀ ਉਥੋਂ ਜਿਹੜਾ ਡੀਸੀ ਆ ਤੇ ਐਸਐਸਪੀ ਆ, ਉਹਦੇ ਤੇ ਵੀ ਕਾਰਵਾਈ ਪਾਕਿਸਤਾਨ ਸਰਕਾਰ ਨੂੰ ਕਰਨੀ ਚਾਹੀਦੀ ਆ ਕਿ ਤੁਸੀਂ ਸਾਡੇ ਮੁਲਕ ਵਾਸਤੇ ਦੁਨੀਆ ਭਰ ਵਿੱਚ ਜਿਹੜੀ ਖਿੱਲੀ ਡਾਉਣ ਦਾ ਇਹ ਮਕਾਮ ਕੀਤਾ ਵਾ, ਇਹ ਕਿਉਂ ਕੀਤਾ ਗਿਆ ਵਾ। ਬਾਕੀ ਇਮਰਾਨ ਖਾਨ ਦੀ ਹਾਲੇ ਵੀ ਇੰਝ ਲੱਗਦਾ ਵਾ ਵੀ ਉਹਦੇ ਮਨ 'ਚ ਹਾਲੇ ਵੀ ਜਿਹੜੀ ਆ ਨਾ, ਕਿਉਂਕਿ ਸਿਰਫ ਉਹਨੇ ਕਰਤਾਰਪੁਰ ਦਾ ਲਾਂਘਾ ਨਹੀਂ ਖੋਲਿਆ, ਨਾਲ ਉੱਥੇ ਬਾਬੇ ਨਾਨਕ ਦੀ ਯੂਨੀਵਰਸਿਟੀ ਵੀ ਖੋਲੀ ਆ ਜੀ ਜੀ ਜੀ। ਹਾਂਜੀ ਬਿਲਕੁਲ ਬਿਲਕੁਲ। ਇਹ ਇੱਕ ਨਿੱਕੇ ਸਟੈਪ ਨਹੀਂ ਗਏ, ਬੜੇ ਵੱਡੇ ਸਟੈਪ ਆ। ਫਿਰ ਉਹ ਕਹਿੰਦਾ ਵਾ ਇਮਰਾਨ ਖਾਨ ਵੀ ਨਨਕਾਣਾ ਸਾਹਿਬ ਸਿੱਖਾਂ ਦਾ ਮੱਕਾ ਵਾ ਤੇ ਕਰਤਾਰਪੁਰ ਮਦੀਨਾ ਵਾ। ਉਹ ਜਿਸ ਬੰਦੇ ਦੇ ਮਨ ਵਿੱਚ ਇਹ ਗੱਲ ਆ, ਨੰਬਰ 2 ਉਹ ਕਹਿੰਦਾ ਵਾ ਵੀ ਮੇਰੀ ਵਿਜ਼ਨ ਨਹੀਂ ਸੀ ਹੈਗੀ, ਮੇਰਾ ਨਜ਼ਰੀਆ ਨਹੀਂ ਇਹੋ ਜਿਹਾ ਹੈਗਾ ਵੀ ਇੱਥੇ ਘੱਟ ਗਿਣਤੀਆਂ ਨਾਲ ਇਹੋ ਜਿਹੀ ਜਿਹੜੀ ਆ ਉਹ ਹਰਕਤ ਕੀਤੀ ਜਾਵੇ। ਜੇ ਹਰਕਤ ਕੀਤੀ ਆ ਤੇ ਉੱਥੋਂ ਦੇ ਸਥਾਨਕ ਲੋਕਾਂ ਨੇ ਕੀਤੀ ਆ, ਆਪਣੀ ਨਿੱਜੀ ਜਿਹੜੀ ਰੰਜਿਸ਼ ਸੀ ਉਹਨਾਂ ਨੇ ਉਹਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਆ, ਤੇ ਉੱਥੋਂ ਦਾ ਪ੍ਰਸ਼ਾਸਨ ਜਿਹੜਾ ਬਿਲਕੁਲ ਨਾਕਾਮ ਰਿਹਾ ਵਾ। ਪ੍ਰਸ਼ਾਸਨ ਤੇ ਕਾਰਵਾਈ ਕਰਕੇ ਪਾਕਿਸਤਾਨ ਦੀ ਸਰਕਾਰ ਜਿਹੜੀ ਆ ਉਹ ਫਿਰ ਆਪਣਾ ਜਿਹੜਾ ਭਰੋਸਾ ਬਹਾਲ ਕਰ ਸਕਦੀ ਹੈ ਜੀ। ਪੱਟੀ ਸਾਹਿਬ, ਉੱਥੋਂ ਦੀਆਂ ਮੀਡੀਆ ਰਿਪੋਰਟਾਂ ਨੂੰ ਦੇਖੀਏ, ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ ਨੂੰ ਦੇਖੀਏ ਤਾਂ ਉਹਦੇ ਵਿੱਚ ਵੀ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਇਹ ਮਾਮਲਾ ਜਿਹੜਾ ਆ ਉਹ ਕੁਝ ਹੋਰ ਸੀਗਾ। ਕੋਈ ਚਾਹ ਦੀ ਦੁਕਾਨ ਦੇ ਉੱਤੇ ਲੜਾਈ ਹੋਈ ਸੀਗੀ ਜਿਹਨੂੰ ਇਸ ਤਰੀਕੇ ਨਾਲ ਕਨਵਰਟ ਕੀਤਾ ਗਿਆ ਆ। ਤੁਸੀਂ ਵੀ ਜਰਨਲਿਸਟ ਜੇ, ਤੁਸੀਂ ਇਸ ਚੀਜ਼ ਨੂੰ ਜਿਹੜਾ ਆ ਉਹ ਦੇਖਿਆ ਹੋਏਗਾ ਕਿ ਇਹ ਮਾਮਲਾ ਜਿਹੜਾ ਆ ਵਾਕਿਆ ਹੀ ਕੁਛ ਇਸ ਤਰ੍ਹਾਂ ਦੀਆਂ ਉੱਧਰੋਂ ਵੀ ਵੀਡੀਓਜ਼ ਸਾਹਮਣੇ ਆਈਆਂ ਨੇ, ਉੱਥੋਂ ਦੇ ਮੀਡੀਆ ਨੇ ਵੀ ਅਜਿਹੀਆਂ ਰਿਪੋਰਟਾਂ ਜਿਹੜੀਆਂ ਉਹ ਦਿੱਤੀਆਂ ਨੇ ਕਿ ਮਾਮਲਾ ਹੋਰ ਸੀਗਾ ਤੇ ਇਸ ਨੂੰ ਸਿੱਖਾਂ ਨਾਲ ਜੋੜ ਕੇ ਇਸ ਤਰੀਕੇ ਦੇ ਨਾਲ ਸਾਹਮਣੇ ਲਿਆਂਦਾ ਗਿਆ ਕਿ ਉੱਥੇ ਬਿਆਨਬਾਜ਼ੀ ਵੀ ਹੋਈ, ਪੱਥਰਬਾਜ਼ੀ ਵੀ ਹੋਈ। ਉਹ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਜਿਹਦੇ ਬਾਰੇ 'ਚ
ਵੀ ਇੱਕ ਨਿੱਜੀ ਲੜਾਈ ਸੀ ਉਹ ਚਾਹ ਦੀ ਦੁਕਾਨ ਤੇ ਹੋਈ ਹੈ ਜਾਂ ਇਸ ਜਗਜੀਤ ਕੌਰ ਦੇ ਕੇਸ ਨੂੰ ਲੈ ਕੇ ਹੋਈ ਹੈ, ਉਹ ਅਲੱਗ ਮੈਟਰ। ਲੇਕਿਨ ਉਹਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ। ਕੋਈ ਜੁਮੇ ਦੀ ਨਮਾਜ਼ ਸੀ, ਨਮਾਜ਼ ਤੋਂ ਬਾਹਰ ਨਿਕਲੇ ਇਹ ਬੰਦਾ ਜਿਹੜਾ ਇਮਰਾਨ ਚਿਸ਼ਤੀ ਹੈ, ਜੋ ਇਹ ਮੌਲ ਦੱਸਿਆ ਨਾ ਅਣਖੀ ਸਾਹਿਬ ਨੂੰ ਵੀ ਉਹ ਆਪਣਾ ਉਹ ਮੌਲਵੀ ਆ, ਮੌਲਵੀ ਤੇ ਨਾਲ ਉਹ ਮੇਰੇ ਖਿਆਲ ਆਇਤਾਂ ਉਤਾਂ ਗਾਉਂਦੇ ਜਿਵੇਂ ਆਪਣੇ ਨਾ ਨਾਚਾ ਟਾਈਪ ਬੰਦੇ ਨਾਟਕਕਾਰ ਵਗੈਰਾ, ਇਸ ਤਰ੍ਹਾਂ ਦਾ ਉਹਨਾਂ ਦਾ ਕਾਰੋਬਾਰ ਆ ਜੀ। ਤੇ ਇਹੋ ਜਿਹੇ ਬੰਦੇ ਕਲਾਕਾਰ ਬੜੇ ਨੇ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਆ। ਲੇਕਿਨ ਤੁਸੀਂ ਇੱਕ ਚੀਜ਼ ਵੇਖੀ ਹੋਊਗੀ ਵੀਡੀਓ ਦੇ ਵਿੱਚ, ਉਹਦੇ ਵਿੱਚ 10-12 ਸਾਲ 15 ਸਾਲ ਦੇ ਜ਼ਿਆਦਾ ਬੱਚੇ ਨੇ, ਮਤਲਬ ਸਿਆਣੇ ਬੰਦੇ ਬਹੁਤ ਘੱਟ ਨੇ। ਇਹਦਾ ਮਤਲਬ ਉਹ ਲੋਕ ਨਹੀਂ ਸੀ ਚਾਹੁੰਦੇ, ਉਹਨਾਂ ਨੂੰ ਗੁੰਮਰਾਹ ਕੀਤਾ ਗਿਆ। ਜਿਹੜੀ ਚਾਹ ਦੀ ਗੱਲ ਕਰਦੇ ਤੁਸੀਂ, ਇਹ ਵੀ ਗੱਲ ਸਾਹਮਣੇ ਆਉਂਦੀ ਆ, ਲੇਕਿਨ ਅਜੇ ਤੱਕ ਦੀ ਜਾਂਚ ਜਾਰੀ ਆ। ਸਪਸ਼ਟਤੀ ਉਦੋਂ ਹੈਗੀ ਵੀ ਇਹ 'ਚ ਕਹਾਣੀ ਕਿਵੇਂ ਤੇ ਕਿਉਂ ਵਾਪਰੀ। ਜਦੋਂ ਜਾਂਚ ਪੂਰੀ ਕੰਪਲੀਟ ਹੋਏਗੀ, ਉੱਥੋਂ ਦਾ ਜਿਹੜਾ DC ਆ ਉਹ ਜਾਂਚ ਕਰ ਰਿਹਾ ਜੀ। ਜਿਹੜੀ ਅਗਲੀ ਗੱਲ ਜਿਹੜੀ ਆਪਾਂ ਕਰੀਏ ਵੀ ਸਰਕਾਰ ਦੀ ਗੱਲ, ਸਰਕਾਰ ਨੇ ਵਾਕਿਆ ਹੀ ਜਦੋਂ ਸਰਕਾਰ ਤੱਕ ਗੱਲ ਗਈ ਹੈ, ਸਰਕਾਰ ਨੇ ਕਾਰਵਾਈ ਕੀਤੀ ਹੈ। ਔਰ ਮੈਂ ਤੁਹਾਨੂੰ ਇਹ ਦੱਸ ਦਿਆਂ ਵੀ ਪਾਕਿਸਤਾਨ ਦੇ ਵਿੱਚ ਜਿਹੜੇ ਕੱਟੜਪੰਥੀਆਂ ਦੀ ਕਮੀ ਕੋਈ ਨਹੀਂ ਹੈਗੀ। ਉਹ ਰਿਜ਼ਵੀ ਵੇਖੋ, ਜਿਹੜਾ ਮੌਲਵੀ ਰਿਜ਼ਵੀ ਆ, ਉਹ ਤਰੀਕੇ ਜਿਹੜੀ ਹੈਗੀ ਆ ਲਾਬਾਇਕ, ਜਿਹੜੀ ਇੱਕ ਪਾਕਿਸਤਾਨ ਪਾਰਟੀ ਉਹਦਾ ਮੁਖੀ, ਉਹਨੇ ਕੀ ਨਹੀਂ ਕਿਹਾ? ਉਹਨੇ ਕਿਉਂ ਤੁਸੀਂ ਕਰਤਾਰਪੁਰ ਦਾ ਲੰਗਰ ਹੋ ਰਹੇ ਹੋ, ਕਿਉਂ ਸਿੱਖਾਂ ਨੂੰ ਤੁਸੀਂ ਸੱਦ ਰਹੇ ਹੋ ਇੱਥੇ ਤੁਸੀਂ? ਉਹਨੇ ਕਿਹੜੀਆਂ ਗੱਲਾਂ ਨਹੀਂ ਕੀਤੀਆਂ? ਉਹ ਲੋਕ ਉੱਥੇ ਹੈਗੇ ਨੇ। ਔਰ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਇਮਰਾਨ ਖਾਨ, ਉਹਨਾਂ ਨੇ ਖੁਦ ਮੰਨਿਆ ਵੀ ਸਾਡੇ ਇੱਥੇ 40 ਅੱਤਵਾਦੀ ਜਥੇਬੰਦੀਆਂ ਅਜੇ ਵੀ ਹੈਗੀਆਂ ਜਿਨ੍ਹਾਂ ਨੂੰ ਅਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਜਿੱਥੇ ਪ੍ਰਧਾਨ ਮੰਤਰੀ ਮੰਨਣ ਡਿਆ ਤੇ ਬਾਕੀ ਕੀ ਰਹਿ ਗਿਆ? ਲੇਕਿਨ ਮੈਂ ਇਹ ਗੱਲ ਕਹੂੰਗੀ, ਸਾਡੇ ਜਿਵੇਂ ਕੱਲ ਮੀਨਾਕਸ਼ੀ ਲੇਖੀ ਸ਼ਾਇਦ ਹੈਗੀ, BJP ਦੀ ਲੀਡਰ ਹੈਗੀ ਆ, ਤਰਨ ਚੋਗਾ, ਇਹਨਾਂ ਨੇ ਦਿੱਲੀ 'ਚ ਪ੍ਰੈਸ ਨੂੰ ਕਰਕੇ ਬਕਾਇਦਾ ਤੌਰ ਤੇ ਪੂਰੀ ਭੜਾਸ ਕੱਢੀ ਵੀ ਵੇਖੋ ਜੀ ਅੱਜ ਸਿੱਧੂ ਕਿੱਥੇ ਆ, ਬਿਲਕੁਲ। ਸਿੱਧੂ ਕਿੱਥੇ ਆ? ਪੱਤਰਕਾਰ ਨੇ ਇਹ ਵੀ ਕਿਹਾ ਸੀਗਾ ਕਿ ਇਹ ਮਸਲੇ ਪਿਆਰ ਨਾਲ ਵੀ ਹੱਲ ਹੋ ਸਕਦੇ ਆ, ਤੇ ਉਹਨਾਂ ਨੇ ਕਿਹਾ ਕਿ ਸਿੱਧੂ ਨੇ ਜੱਫੀ ਪਾਈ ਸੀ ਫੌਜ ਮੁਖੀ ਨੂੰ ਤੇ ਉਸ ਪਿਆਰ ਤੋਂ ਬਾਅਦ ਦੇ ਵਿੱਚ ਆਹ ਸਿਲੇ ਮਿਲ ਰਹੇ ਆ। ਇਸ ਤਰੀਕੇ ਦੀ ਗੱਲਬਾਤ ਵੀ ਹੋਈ। ਮੈਂ ਇਹ ਗੱਲ ਕਹੀ ਨਾ ਵੀ ਚਲੋ ਤੁਸੀਂ ਇਹਦੇ ਨਨਕਾਣਾ ਸਾਹਿਬ ਦਾ ਕਾਂਡ ਹੋ ਗਿਆ, ਅਸੀਂ ਦਖੇਦੀ ਕੀਤੀ, ਕਾਰਵਾਈ ਹੋ ਗਈ, ਤੇ ਜਿਹੜੇ ਤੁਹਾਡੇ ਪੁਲਿਸ ਵਾਲਿਆਂ ਨੇ ਸਾਡੀ ਪਾਲਕੀ ਸਾਹਿਬ ਵਾਲੀ ਗੱਡੀ ਜਿਹੜੀ ਸੀ ਉਹ ਮਾਲ ਮੁਕੱਦਮੇ ਸ਼ਾਮਲ ਕਰ ਲਈ ਯੂਪੀ ਦੇ ਵਿੱਚ। ਜਿਹੜਾ ਨਿਸ਼ਾਨ ਸਾਹਿਬ ਜਿਹੜਾ ਸੀ ਮਾਲ ਮੁਕੱਦਮੇ ਸ਼ਾਮਲ ਕਰ ਲਿਆ ਯੂਪੀ ਦੇ ਵਿੱਚ। 55 ਸਿੱਖਾਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ, 5 ਦੇ 22 ਨਿਯਮ ਕਰ ਦਿੱਤਾ ਗਿਆ। ਉਹਦਾ ਵੀ ਜਵਾਬ ਦੇ ਦਿਓ ਨਾਲ, ਤੁਸੀਂ ਉਹ ਕਿਉਂ ਕੀਤਾ? ਤੁਸੀਂ ਦੂਜਿਆਂ ਨੂੰ ਤਾਂ ਕਹਿੰਦੇ ਆਪਾਂ, ਹੁਣ ਸਿੱਧੂ ਸੁੱਤਾ ਪਿਆ ਸ਼ੇਰ ਆ, ਉਹਦੇ ਬਾਰੇ ਸਿੱਧੂ ਜਾ ਕੇ ਜੱਫੀ ਪਾਵੇ, ਸਿੱਧੂ ਜਾ ਕੇ ਕਰੇ। ਇਹ ਗੱਲਾਂ ਕਰਨ ਵਾਲੀਆਂ ਨਹੀਂ। ਗੁਆਂਢੀਆਂ ਦਾ ਸੰਬੰਧ ਹਮੇਸ਼ਾ ਚੰਗੇ ਹੋਣੇ ਚਾਹੀਦੇ ਆ। ਇਹ BJP ਜਿਹੜਾ ਵਾ ਇਹਨੂੰ ਭੜਕਾ ਕੇ, ਸਿੱਖਾਂ ਨੂੰ ਜਿਹੜਾ ਵਾ ਭੜਕਾ ਕੇ ਤੇ ਇਹ ਲਾਂਘਾ ਬੰਦ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਹੜਾ ਹੋਣਾ ਨਹੀਂ ਜੀ। ਬਿਲਕੁਲ ਇਸ ਗੱਲ ਦੇ ਉੱਤੇ ਮੈਂ ਦੁਬਾਰਾ ਆਉਣਾ। ਅਣਖੀ ਸਾਹਿਬ, ਤੁਹਾਡੇ ਇਲਾਵਾ ਸਿੱਖ ਨੌਜਵਾਨ ਦਾ ਕਤਲ ਵੀ ਹੋਇਆ ਹੈ ਉਸ ਘਟਨਾ ਤੋਂ ਬਾਅਦ ਦੇ ਵਿੱਚ, ਚਾਹੇ ਕਿ ਜਿਹੜੇ ਵਿਅਕਤੀ ਦੇ ਭੜਕਾਉਣ ਤੋਂ ਬਾਅਦ ਦੇ ਵਿੱਚ ਲੋਕਾਂ ਨੇ ਪੱਥਰਬਾਜ਼ੀ ਕੀਤੀ ਜਾਂ ਉਸਨੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਉਸ ਨੂੰ ਤਾਂ ਚਾਹੇ ਫੜ ਲਿਆ ਗਿਆ ਆ, ਪਰ ਉਸ ਤੋਂ ਬਾਅਦ ਦੇ ਵਿੱਚ ਇੱਕ ਉੱਥੋਂ ਦਾ ਸਿੱਖ ਐਂਕਰ, ਉਸਦੇ ਭਰਾ ਦਾ ਕਤਲ ਜਿਹੜਾ ਹੋਇਆ ਆ, ਇਹ ਵੀ ਕਿਤੇ ਨਾ ਕਿਤੇ ਇਹਨਾਂ ਘਟਨਾਵਾਂ ਦੇ ਨਾਲ ਹੀ ਜੁੜਦਾ ਆ, ਜਾਂ ਫਿਰ ਉਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਨਹੀਂ ਜੀ, ਇਹ ਘਟਨਾ ਹੈਗੀ ਆ ਪਾਕਿਸਤਾਨ ਦੇ ਪੰਜਾਬ 'ਚ। ਉਹ ਹੈਗੀ ਆ ਪਾਕਿਸਤਾਨ ਦੇ ਜਿਹੜਾ ਪਿਸ਼ਾਵਰ ਦੀ ਜੀ। ਇਹਨਾਂ ਆਪਾਂ ਦੋਵਾਂ ਘਟਨਾਵਾਂ ਨੂੰ ਕੋਰਿਲੇਟ ਨਹੀਂ ਕਰ ਸਕਦੇ ਜੀ, ਪਰੰਤੂ ਹੋਈ ਉਹ ਵੀ ਬਹੁਤ ਮਾੜੀ ਆ। ਉਹਦੀ ਅਜੇ ਤਫਤੀਸ਼ ਚੱਲ ਰਹੀ ਆ ਕਿ ਉਹ ਕਤਲ ਕਿਉਂ ਹੋਇਆ, ਉਸ ਕਤਲ ਪਿੱਛੇ ਕੀ ਲੌਬੀ ਕੰਮ ਕੀਤੀ, ਕਿਸੇ ਨੇ ਜਾਂ ਨਿੱਜੀ ਰੰਜਿਸ਼ ਸੀ ਕਰਕੇ ਕਤਲ ਹੋਇਆ ਜਾਂ ਕਿਸ ਕਰਕੇ ਕਤਲ ਹੋਇਆ। ਜਦੋਂ ਉਹਦੀ ਇਨਕੁਆਇਰੀ ਰਿਪੋਰਟ ਆਊਗੀ ਉਸ ਤੋਂ ਬਾਅਦ ਹੀ ਆਪਾਂ ਤਸੱਲੀ ਨਾਲ ਕਹਿ ਸਕਦੇ ਹਾਂ ਵੀ ਇਹਦੇ ਪਿੱਛੇ ਕੀ ਕਾਰਨ ਹੈ, ਕੀ ਕਾਰਨ ਨਹੀਂ। ਪਰ ਆਪਾਂ ਐਸੇ ਤੇ ਇਹ ਕਹਿ ਸਕਦੇ ਹਾਂ ਵੀ ਇਹਨਾਂ ਦੋਵਾਂ ਘਟਨਾਵਾਂ ਹੋ ਗਈਆਂ ਵਾ ਇਕੱਠੀਆਂ, ਮੌਕਾ ਮਿਲ ਹੋ ਗਿਆ ਵਾ ਦੋਵਾਂ ਘਟਨਾਵਾਂ ਦਾ, ਪਰੰਤੂ ਇਹਨਾਂ ਦੋਵਾਂ ਘਟਨਾਵਾਂ ਦਾ ਆਪਸ ਵਿੱਚ ਕੋਈ ਸੰਬੰਧ ਨਹੀਂਗਾ। ਤੇ ਦੂਸਰੀ ਗੱਲ ਮੈਂ ਤੁਹਾਨੂੰ ਇਹ ਦੱਸਣ ਲੱਗਾ ਵਾਂ ਵੀ ਪਾਕਿਸਤਾਨ ਸਰਕਾਰ ਜਿਹੜੀ ਆ ਨਾ ਸਿੱਖਾਂ ਪ੍ਰਤੀ ਬੜੀ ਸੁਚੇਤ ਆ। ਅੱਜ ਜਦੋਂ 550 ਸਾਲਾ ਨਨਕਾਣਾ ਸਾਹਿਬ ਗੁਰਪੁਰਬ ਮਨਾਇਆ ਗਿਆ ਤੇ ਉਹ ਉਦੋਂ ਨਿਕਲਿਆ ਨਗਰ ਕੀਰਤਨ, ਪਾਕਿਸਤਾਨ ਸਰਕਾਰ ਨੇ ਜਾਂ ਉੱਥੋਂ ਦੇ ਪ੍ਰਸ਼ਾਸਨ ਨੇ ਇੱਕ ਦਿਨ ਪਹਿਲਾਂ ਹੀ ਅਨਾਉਂਸਮੈਂਟ ਕਰ ਦਿੱਤੀ ਸੀ ਵੀ ਕੱਲ ਕੋਈ ਆਪਣੇ ਕੋਠੇ ਤੇ ਨਹੀਂ ਚੜੂਗਾ, ਕੋਈ ਬੱਚਾ ਪਤੰਗ ਵੀ ਨਹੀਂ ਉਡਾਊਗਾ। ਤੇ ਫਿਰ ਸਾਰੇ ਰਸਤੇ ਦੇ ਵਿੱਚ, ਜਿੰਨੇ ਰਸਤੇ 'ਚ ਨਗਰ ਕੀਰਤਨ ਨਿਕਲਣਾ ਸੀ, ਉਹਦੇ ਵਿੱਚ ਕਮ ਸੇ ਕਮ 20 ਫੁੱਟ ਚੌੜੀ ਰੈੱਡ ਕਾਰਪਟ ਉਹਨਾਂ ਵਿਛਾਈ ਸੀ। ਇੰਨਾ ਇੱਜ਼ਤ ਮਾਣ ਦਿੱਤਾ ਸੀ, ਸਤਿਕਾਰ ਦਿੱਤਾ ਸੀ ਜਥੇ ਨੂੰ, ਸਿੱਖਾਂ ਨੂੰ, ਵੀ ਆਪਾਂ ਨੂੰ ਹਾਲੇ ਕੋਈ ਉਹਨਾਂ ਦੀ ਸ਼ੱਕ ਦੀ ਜਿਹੜੀ ਆ ਨਾ ਉਹ ਨਹੀਂ ਸਾਨੂੰ ਜਾਪਦਾ ਵੀ ਪਾਕਿਸਤਾਨ ਸਰਕਾਰ ਦਾ ਕੋਈ ਇਹੋ ਜਿਹਾ ਸ਼ੱਕ ਆ। ਪਰੰਤੂ ਜੇ ਹੁਣ ਆਪਾਂ ਇਮਰਾਨ ਖਾਨ ਦੀ ਗੱਲ ਸੁਣੀਏ ਕਰੀਏ ਵੀ ਭਾਵੇਂ ਉੱਥੇ ਫੌਜ ਦਾ ਗਲਬਾ ਹੈਗਾ, ਪਰ ਜੇ ਇਮਰਾਨ ਖਾਨ ਦੀ ਗੱਲ ਹੋਵੇ ਤਾਂ ਉਹ ਹਿੰਦੁਸਤਾਨ ਦੇ ਨਾਲ, ਖਾਸ ਤੌਰ ਤੇ ਸਿੱਖਾਂ ਦੇ ਨਾਲ ਆਪਣੇ ਸੰਬੰਧ ਸੁਧਾਰਨ ਦਾ ਬੜਾ ਇਸ਼ਕ ਆ, ਚਾਹੁੰਦਾ ਵੀ ਆ।
ਪਰੰਤੂ ਸਾਡੇ ਦੋਵਾਂ ਦੇਸ਼ਾਂ ਦੀਆਂ ਕੁਝ ਇਹੋ ਜਿਹੀਆਂ ਉਲਝਣਾਂ ਵਾ ਜਿਨ੍ਹਾਂ ਕਰਕੇ ਸਾਡਾ ਵਪਾਰ ਨਹੀਂ ਖੁੱਲ ਰਿਹਾ, ਸਾਡੀ ਜਿਹੜੀ ਗੱਡੀ ਬੰਦ ਹੋਈ ਉਹ ਨਹੀਂ ਚੱਲ ਰਹੀ, ਈਵਨ ਕਿ ਡਾਕ ਵੀ ਨਹੀਂ ਜਾ ਰਹੀ ਇੱਕ ਦੂਜੇ ਨਾਲ, ਤੇ ਜਾਂ ਕੋਈ ਹੋਰ ਸੰਬੰਧ ਜਿਹੜੇ ਆ ਉਹ ਵੀ ਇਸ ਵੇਲੇ ਉਹ ਮਤਲਬ ਵੀ ਖਸਤਾ ਹਾਲਤ ਵਿੱਚ ਹੀ ਹੈਗੇ ਆਪਾਂ ਕਹਿ ਸਕਦੇ ਆ, ਜਿਸ ਦੀ ਕਿ ਸਾਡਾ ਆਵਾਮ ਵੀ ਤੇ ਪਾਕਿਸਤਾਨ ਦਾ ਆਵਾਮ ਵੀ ਇਹ ਚਾਹੁੰਦਾ ਵਾ ਕਿ ਦੋਵਾਂ ਦੇਸ਼ਾਂ ਦਾ ਮਿਲਾਪ ਵੀ। ਪੰਜਾਬ ਤੇ ਇੱਕ ਹੀ ਸੀ ਕਿ ਠੀਕ ਆ, ਵਾਘੇ ਵਾਲੀ ਲਕੀਰ ਨੇ ਉਹਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ। ਉੱਥੇ ਵੀ ਵੇਖੋ ਨਾ, ਆਪਾਂ ਪਾਕਿਸਤਾਨ ਜਾਈਏ, ਉੱਥੇ ਜਿਹੜੀਆਂ ਲੋਕਾਂ ਦੀਆਂ ਗੋਤਾਂ ਵਾ, ਕੋਈ ਕਾਲੋਂ ਆ, ਕੋਈ ਸੰਧੂ ਆ, ਕੋਈ ਟਵਾਣਾ ਵਾ, ਇਹੋ ਗੋਤਾਂ ਸਾਡੇ ਇੱਥੇ, ਉਹ ਗੋਤਾਂ ਉੱਥੇ, ਜਿਨ੍ਹਾਂ ਦੇਸ਼ਾਂ ਦੀ ਗੋਤਾਂ ਦੀ ਸਾਂਝ ਆ, ਸੱਭਿਆਚਾਰ ਦੀ ਸਾਂਝ ਆ, ਬੋਲੀ ਦੀ ਸਾਂਝ ਆ, ਤੇ ਉਹਨਾਂ ਦੇਸ਼ਾਂ ਨੂੰ ਆਪਾਂ ਬਹੁਤਾ ਚਿਰ ਨਹੀਂ ਵੰਡ ਕੇ ਰੱਖ ਸਕਦੇ। ਇਹ ਇੱਕ ਦਿਨ ਕਿਸੇ ਨਾ ਕਿਸੇ ਤਰ੍ਹਾਂ ਲਹਿਰ ਉੱਠੂਗੀ ਦੋਵਾਂ ਦੇਸ਼ਾਂ ਦੀ ਵੀ ਜਿਹੜਾ ਕਰਤਾਰਪੁਰ ਦਾ ਲਾਂਘਾ ਵਾ, ਕੱਲ ਨੂੰ ਇਹ ਨਨਕਾਣਾ ਸਾਹਿਬ ਦਾ ਲਾਂਘਾ ਵੀ ਬਣ ਸਕਦਾ ਵਾ, ਲਾਹੌਰ ਦਾ ਲਾਂਘਾ ਵੀ ਬਣ ਸਕਦਾ ਵਾ। ਤੇ ਇਹ ਲੋਕਾਂ ਦੇ ਆਵਾਮ ਦੀ ਆਵਾਜ਼ ਆ ਜਿਹੜੀ ਕਿ ਸਾਡੀਆਂ ਸਰਕਾਰਾਂ ਨੂੰ ਵੀ ਸੁਣ ਕੇ ਤੇ ਆਪਣੇ ਰਾਜਸੀ ਜਿਹੜੇ ਹਿੱਤ ਆ ਉਹਨਾਂ ਨੂੰ ਪਾਸੇ ਰੱਖ ਕੇ ਲੋਕਾਂ ਦੀ ਆਵਾਜ਼ ਨੂੰ ਪਹਿਲ ਦੇਣੀ ਚਾਹੀਦੀ। ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਜਿਸ ਤਰ੍ਹਾਂ ਅਣਖੀ ਸਾਹਿਬ ਨੇ ਗੱਲ ਕੀਤੀ ਆ ਕਿ ਸੱਭਿਆਚਾਰ ਇੱਕ ਆ, ਸਾਰਾ ਕੁਝ ਇੱਕ ਆ, ਪਰ ਫਿਰ ਵੀ ਜਦੋਂ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਤਾਂ ਕਿਤੇ ਨਾ ਕਿਤੇ ਜਿਹੜੇ ਲੋਕ ਆ ਉਹਨਾਂ ਦੇ ਮਨਾਂ ਦੇ ਵਿੱਚ ਸ਼ੱਕ ਜਿਹੜਾ ਆ ਉਹ ਇਸ ਚੀਜ਼ ਨੂੰ ਲੈ ਕੇ ਪੈਦਾ ਹੋ ਜਾਂਦਾ ਆ। ਜਿਵੇਂ ਘਰੇਲੂ ਵਿਵਾਦ ਇੱਕ ਜਿਹੜਾ ਸੀਗਾ ਉਸ ਨੂੰ ਕੌਮੀ ਵਿਵਾਦ ਬਣਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ, ਦੋ ਕੌਮਾਂ ਆਮੋ ਸਾਹਮਣੇ ਹੋ ਗਈਆਂ ਕਿ ਕੀ ਹੋ ਗਿਆ ਇੱਕਦਮ ਜਦੋਂ ਇਹ ਘਟਨਾ ਜਿਹੜੀ ਆ ਉਹ ਸਾਹਮਣੇ ਆਉਂਦੀ ਆ। ਸੋ ਅਜਿਹੀਆਂ ਗੱਲਾਂ ਜਿਹੜੀਆਂ ਆ ਉਹਨਾਂ ਨੂੰ ਸੁਲਝਾਉਣ ਵਾਸਤੇ ਤੁਸੀਂ ਕੀ ਸਮਝਦੇ ਹੋ ਕਿ ਕੀ ਹੋਣਾ ਚਾਹੀਦਾ? ਇਹੋ ਜਿਹਾ ਜੀ ਵੀ ਜਿਹੜੀ ਸਰਕਾਰ ਹੈ ਹੁਣ, ਜਿਵੇਂ ਉਹਨਾਂ ਨੇ ਕਿਹਾ ਅਸੀਂ ਇਹਨੂੰ ਸਖਤ ਤੋਂ ਸਖਤ ਸਜ਼ਾ ਦੇਵਾਂਗੇ, ਉਹਦੀ ਉੱਤੇ ਉਹਨਾਂ ਨੂੰ ਚਾਹੀਦਾ ਵੀ ਛੇਤੀ ਅਮਲ ਹੋਵੇ। ਦੂਜੀ ਗੱਲ ਵੀ ਜਿਹੜੇ ਜਿਸ ਤਰ੍ਹਾਂ ਪੇਸ਼ਾਵਰ ਦੀ ਘਟਨਾ ਵਾਪਰੀ ਆ, ਉਹ ਬੰਦੇ ਦੇ ਕਾਤਲ ਫੜੇ ਜਾਣੇ ਚਾਹੀਦੇ ਆ। ਉਹਨਾਂ ਨੂੰ ਪਹਿਲੀ ਘਟਨਾ, ਪਹਿਲਾਂ ਵੀ ਇੱਕਾ ਦੁੱਕਾ ਘਟਨਾ ਉੱਥੇ ਹੁੰਦੀਆਂ ਰਹਿੰਦੀਆਂ ਨੇ, ਤੇ ਉਹਨਾਂ ਚਾਹੀਦੇ ਸਿੱਖਾਂ ਨੂੰ ਜਿਹੜੀ ਛੋਟੇ ਸਿਓਰਟੀ ਦੇਣ ਵੀ ਅਸੀਂ ਇਹ ਜੋ ਘਟਨਾ ਮੁੜ ਕੇ ਨਹੀਂ ਵਾਪਰਨ ਦੇਵਾਂਗੇ। ਤੇ ਇਸ ਕਰਕੇ ਇਹ ਜਿਹੜੇ ਸ਼ੰਕੇ ਨੇ ਉਹਨਾਂ ਦੂਰ ਕਰਨੇ ਚਾਹੀਦੇ ਆ। ਉਹ 'ਚ ਇੱਕ ਉੱਥੇ ਅਸਿਸਟੈਂਟ ਪ੍ਰੋਫੈਸਰ ਨੇ ਯੂਨੀਵਰਸਿਟੀ ਆਫ ਲਾਹੌਰ 'ਚ, ਮੇਰੇ ਮਿੱਤਰ ਹੀ ਨੇ ਪ੍ਰੋਫੈਸਰ ਕਲਿਆਣ ਸਿੰਘ, ਉਹ ਨਨਕਾਣਾ ਸਾਹਿਬ ਅੰਦਰ ਗੁਰਪੁਰਬ ਮਨਾ ਰਹੇ ਸਨ ਗੁਰੂ ਗੋਬਿੰਦ ਸਿੰਘ ਜੀ ਦਾ, ਜਦੋਂ ਘਟਨਾ ਵਾਪਰੀ ਆ। ਉਹਨਾਂ ਦਾ ਬਿਆਨ ਆਇਆ ਵਾ ਵੀ ਸਾਡੇ ਡਰ ਦਾ ਮਾਹੌਲ ਹੈਗਾ ਤੇ ਸਾਨੂੰ ਸਰਕਾਰ ਜਿਹੜੀ ਆ ਇਹ ਸਖਤ ਤੋਂ ਸਖਤ ਸਜ਼ਾ ਦੇਵੇ ਇਹਨੂੰ, ਤਾਂ ਜੇ ਸਾਡੇ ਸ਼ੰਕੇ ਜਿਹੜੇ ਨੇ ਉਹ ਨਿਵਰਤ ਹੋਣ। ਬਾਕੀ ਮੈਂ ਤੁਹਾਨੂੰ ਦੱਸਿਆ ਵੀ ਉੱਥੇ ਹੁਣ ਉੱਥੇ ਵਰਲਡ ਪੰਜਾਬੀ ਕਾਨਫਰੰਸ ਹੋਈ ਤੇ ਮੈਂ ਉੱਥੇ ਗਿਆ ਸੀਗਾ, ਤੇ ਪਿਛਲੇ 14 ਨਵੰਬਰ ਨੂੰ ਉੱਥੇ ਜਿਹੜੀ ਦੁਨੀਆ ਆਈ ਸਾਰੀ, ਸਭ ਲੋਕ ਆਏ ਸਨ, ਸਾਰੇ ਵਰਲਡ ਤੋਂ ਆਏ ਸਨ, ਤੇ ਉਦੋਂ ਨਨਕਾਣੇ ਸਾਹਿਬ ਤੋਂ ਵੀ ਲੋਕੀ ਆਏ ਸਨ ਇੱਥੇ ਯਾਤਰਾ ਕਰਕੇ। ਉਹ ਸਾਰੇ ਉਹ ਕਹਿ ਰਹੇ ਸਨ ਵੀ ਸਾਨੂੰ ਦੋਵਾਂ ਦੇਸ਼ਾਂ ਨੂੰ ਸੰਬੰਧ ਸੁਧਾਰਨੇ ਚਾਹੀਦੇ ਆ, ਆਉਣਾ ਜਾਣਾ ਦੋਵਾਂ ਮੁਲਕਾਂ ਦਾ ਸੌਖਾ ਬਣਾਉਣਾ, ਜਿਵੇਂ ਕੈਨੇਡਾ ਤੇ ਅਮਰੀਕਾ ਦਾ ਹੈਗਾ, ਅਮਰੀਕਾ ਕੈਨੇਡਾ ਕੋਈ ਵੀਜ਼ਾ ਲੈਣਾ ਪੈਂਦਾ, ਇਸ ਤਰ੍ਹਾਂ ਦੀ ਆਵਾਜਾਈ ਆਮ ਹੋਣੀ ਚਾਹੀਦੀ ਆ, ਲੋਕਾਂ ਮੇਲ ਮਿਲਾਪ ਵਧਣਾ ਚਾਹੀਦਾ। ਜੀ ਪੱਟੀ ਸਾਹਿਬ, ਤੁਹਾਡੇ ਇਲਾਵਾ ਪੱਟੀ ਸਾਹਿਬ ਜਿੱਥੋਂ ਤੁਸੀਂ ਗੱਲ ਛੱਡੀ ਸੀਗੀ ਮੈਂ ਉੱਥੋਂ ਹੀ ਗੱਲ ਸ਼ੁਰੂ ਕਰਦਾ। ਤੁਸੀਂ ਲਾਂਘਾ ਕਿਹਾ ਸੀਗਾ ਕਿ ਬੰਦ ਕਰਾਉਣ ਦੀਆਂ ਸਾਜ਼ਿਸ਼ਾਂ ਵੀ ਹੋ ਸਕਦੀਆਂ ਨੇ ਇਹਨਾਂ ਗੱਲਾਂ ਦੇ ਪਿੱਛੇ, ਪਰ ਜੇਕਰ ਦੇਖਿਆ ਜਾਵੇ 2 ਮਹੀਨੇ ਦਾ ਸਮਾਂ ਵੀ ਅਜੇ ਪੂਰਾ ਨਹੀਂ ਹੋਇਆ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਲੰਘਿਆ, ਤੇ ਉਸ ਤੋਂ ਕੁਝ ਦਿਨ ਪਹਿਲਾਂ ਹੀ ਲਾਂਘਾ ਜਿਹੜਾ ਆ ਉਹ ਖੁੱਲ੍ਹਿਆ ਆ। ਕੀ ਇਸ ਦੇ ਪਿੱਛੇ ਕੁਝ ਏਜੰਸੀਆਂ ਵੀ ਕੰਮ ਕਰ ਰਹੀਆਂ ਨੇ? ਜੇ ਕਹਿ ਲਿਆ ਜਾਵੇ, ਕੁਝ ਲੋਕ ਕਹਿੰਦੇ ਨੇ ਕਿ ਭਾਰਤੀ ਏਜੰਸੀਆਂ ਵੀ ਇਸ ਤਰੀਕੇ ਦਾ ਕੰਮ ਕਰ ਰਹੀਆਂ ਨੇ ਕਿ ਲਾਂਘਾ ਜਿਹੜਾ ਆ ਪਹਿਲਾਂ ਹੀ ਲੋਕ ਖੁੱਲ੍ਹਣ ਤੋਂ ਪਹਿਲਾਂ ਹੀ ਕਹਿੰਦੇ ਸੀ ਕਿ ਜਿੰਨਾ ਚਿਰ ਖੁੱਲ੍ਹ ਨਹੀਂ ਜਾਂਦਾ ਉਹਨਾਂ ਚਿਰ ਤੱਕ ਪਤਾ ਨਹੀਂ ਕੀ ਹੋ ਸਕਦਾ ਆ। ਤੁਹਾਡੀ ਬਿਲਕੁਲ ਗੱਲ ਅਸੀਂ ਠੀਕ ਹੈ ਜੀ। ਪਹਿਲਾਂ ਇਹ ਸ਼ੰਕਾ ਜ਼ਾਹਰ ਕੀਤਾ ਜਾਂਦਾ ਸੀ ਵੀ ਜਿੰਨਾ ਚਿਰ ਤੱਕ ਲਾਂਘਾ ਖੁੱਲ੍ਹ ਨਹੀਂ ਜਾਂਦਾ ਉਹਨਾਂ ਚਿਰ ਤੱਕ ਕੁਝ ਵੀ ਹੋ ਸਕਦਾ। ਹੋਰ ਕਿਸੇ ਨਹੀਂ, ਸਾਡੇ ਅਕਾਲੀ ਦਲ ਨੇ ਬੜਾ ਜ਼ੋਰ ਲਾਇਆ ਵੀ ਲਾਂਘਾ ਨਾ ਖੁੱਲੇ, ਬੜੇ ਇਲਜ਼ਾਮ ਲਾਏ, ਸਿੱਧੂ ਨੂੰ ਚੋਰ ਕਿਹਾ, ਸਿੱਧੂ ਨੂੰ ਲੁਟੇਰਾ ਕਿਹਾ। ਹਾਲੀ ਕਿ ਸਿੱਧੂ ਤੋਂ ਬਗੈਰ ਵੀ ਪਹਿਲਾਂ ਵੀ ਇਹ ਸਾਡੀ ਮੰਗ ਜਾਰੀ ਸੀਗੀ, ਪਹਿਲਾਂ ਵੀ ਅਸੀਂ ਜਿਹੜੇ ਯਤਨ ਕਰ ਰਹੇ ਸੀ ਵੀ ਲਾਂਘਾ ਖੁੱਲੇ। ਸਿੱਧੂ ਤੇ ਇੱਕ ਸਬੱਬ ਬਣਿਆ ਤੇ ਸਿੱਧੂ ਦੇ ਖਿਲਾਫ ਤੁਸੀਂ ਮੋਰਚਾ ਲਾਇਆ ਲਾਂਘੇ ਨੂੰ ਲੈ ਕੇ। ਮੈਂ ਸੋਚਦਾ ਵੀ ਉਹ ਨਹੀਂ ਸੀ ਹੋਣਾ ਚਾਹੀਦਾ, ਤੇ ਉਹ ਕਿਹਦੇ ਇਸ਼ਾਰੇ ਤੇ ਲਾਇਆ ਸਭ ਨੂੰ ਪਤਾ ਇਹਦੇ ਬਾਰੇ 'ਚ। ਲੇਕਿਨ ਜਿਹੜੀ ਗੱਲ ਕੀਤੀ ਅਣਖੀ ਸਾਹਿਬ ਨੇ, ਜਿਹੜੇ ਕਾਲੋਂ ਚੀਮਾ ਉੱਥੇ ਰਹਿੰਦੇ ਆ, ਇਹ ਸਾਰੇ ਲੋਕ ਇਹਦੇ ਵਿੱਚੋਂ 90% ਉਹ ਲੋਕ ਨੇ ਜਿਹੜੇ ਦੇਸ਼ ਦੀ ਵੰਡ ਵੇਲੇ ਉੱਥੇ ਰਹਿ ਗਏ ਸੀ, ਤੇ ਉਹ ਉੱਥੇ ਸਿੱਖ ਤੋਂ ਕਨਵਰਟ ਹੋਏ ਮੁਸਲਮਾਨ ਬਣੇ ਨੇ। ਪੋਸੀਬਿਲਿਟੀ ਜੇ ਤਫਤੀਸ਼ ਕੀਤੀ ਜਾਵੇ, ਜਿਹੜਾ ਬਾਜਵਾ ਵਾ ਬੜਾ ਜਰਨਲ ਦਾ, ਉਹ ਵੀ ਹੋ ਸਕਦਾ ਸਿੱਖ ਦਾ ਪਰਿਵਾਰ ਪਹਿਲਾਂ ਹੋਵੇ, ਤੇ ਉਹ ਜਿਹੜੇ ਕਨਵਰਟ ਹੋਏ ਸਿੱਖ ਨੇ ਉਹਨਾਂ 'ਚ ਅਜੇ ਵੀ ਬਾਬੇ ਨਾਨਕ ਪ੍ਰਤੀ ਸਿੱਖਾਂ ਵਾਲੀ ਸ਼ਰਧਾ ਅੱਜ ਵੀ ਹੈਗੀ ਆ। ਉਹ ਮੱਥਾ ਟੇਕਣ ਵੀ ਜਾਂਦੇ ਆ, ਉਹਦੇ ਵਿਕਾਸ ਦੀ ਵੀ ਗੱਲ ਕਰਦੇ ਆ।
ਰਹੀ ਗੱਲ ਉਹ ਪਲਵਿੰਦਰ ਸਿੰਘ ਦੇ ਕਤਲ ਦੀ, ਜਿਹੜੀ ਗੱਲ ਉਹ ਪੇਸ਼ਾਵਰ ਦੇ ਵਿੱਚ ਆਮ ਤੌਰ ਤੇ ਕਤਲ ਹੁੰਦੇ ਰਹਿੰਦੇ ਆ, ਲੇਕਿਨ ਉਹ ਕਤਲ ਜਿਹੜਾ ਵਾ ਇਸ ਘਟਨਾ ਤੋਂ ਬਾਅਦ ਵਾਪਰਨਾ, ਜਿਹੜਾ ਇੱਕ ਵਾਰੀ ਸ਼ੰਕਾ ਕੀਤਾ ਜਾਂਦਾ ਸੀ ਵੀ ਇਹ ਕਿਤੇ ਇਹ ਉਹਦੀ ਚਾਲਤ ਨਹੀਂ ਹੈਗੀ, ਇਹਦੇ ਨਾਲ ਜੁੜਿਆ ਜਾਂਦਾ ਸੀਗਾ। ਲੇਕਿਨ ਕੱਲ ਉੱਥੋਂ ਦੇ ਜਿਹੜੇ MNA ਨੇ ਸਾਡੇ ਇੱਕ ਗੱਲ ਮੈਂ ਤੁਹਾਡੇ ਹੋਰ ਐਡ ਕਰ ਦੇਵਾਂ ਕਿ ਜੋ ਕਈ ਭਾਰਤੀ ਏਜੰਸੀਆਂ ਨੂੰ ਨਿਸ਼ਾਨਾ ਬਣਾਉਂਦੇ ਆ ਕਿ ਭਾਰਤੀ ਏਜੰਸੀਆਂ ਜਿਹਾ ਕਰਾ ਰਹੀਆਂ, ਕੁਝ ਰੈਡੀਕਲਸ ਜਿਹੜੇ ਆ ਉਹ ਪਾਕਿਸਤਾਨ ਦੇ ਵਿੱਚ ਵੀ ਹੈਗੇ ਆ। ਜਿਵੇਂ ਉਹ ਕਤਲ ਹੋਇਆ ਉਸ ਤੋਂ ਬਾਅਦ ਦੇ ਵਿੱਚ ਫੋਨ ਕੀਤਾ ਗਿਆ ਉਸ ਲੜਕੇ ਦੇ ਭਰਾ ਨੂੰ ਕਿ ਇਸ ਨੂੰ ਮਾਰ ਦਿੱਤਾ ਗਿਆ, ਉਸ ਦੀ ਬੋਡੀ ਜਿਹੜੀ ਇੱਥੋਂ ਲੈ ਜਾਓ। ਮੈਂ ਤੁਹਾਨੂੰ ਉੱਥੇ ਲੈ ਕੇ ਆਉਣਾ ਸੀ ਜੀ। ਉਹਦੇ ਵਿੱਚ ਕੀ ਆ ਵੀ ਜਿਹੜੇ ਰੈਡੀਕਲ, ਮੈਂ ਤੁਹਾਨੂੰ ਇੱਕ ਮਿਸਾਲ ਦੇ ਦਿੱਤੀ ਜੀ ਵੀ 40 ਜੇ ਸਰਕਾਰ ਮੰਨਦੀ ਵੀ 40 ਅੱਤਵਾਦੀ ਜਥੇਬੰਦੀਆਂ ਹੈਗੀਆਂ ਜਿਹੜੇ ਪੰਜਾਬ ਦੇ ਮਾਹੌਲ ਨੂੰ, ਪਾਕਿਸਤਾਨ ਦੇ ਮਾਹੌਲ ਨੂੰ ਅਸਕਾਵਾਂ ਬਣਾ ਰਹੇ ਨੇ, ਉਹ ਖੁਦ ਮੰਨਦੀ ਸਰਕਾਰ ਜੀ। ਫਿਰ ਆ ਜਿਹੜਾ ਮੌਲਵੀ ਰਿਜ਼ਵੀ ਆ, ਜਿਹੜੇ ਇਹਨੇ ਬਿਆਨ ਦਿੱਤੇ ਕਰਤਾਰਪੁਰ ਤੇ ਦਿੱਤੇ, ਨਨਕਾਣਾ ਸਾਹਿਬ ਦਿੱਤੇ, ਤੇ ਉਹ ਵਾਕਿਆ ਹੀ ਕੱਟੜਪੰਥੀ ਵਾਲੇ ਬਿਆਨ ਹੈਗੇ ਆ। ਇਸ ਕਰਕੇ ਕੱਟੜਪੰਥੀ ਵੀ ਹੈਗੇ ਆ। ਕੋਈ ਏਜੰਸੀਆਂ ਜਿਹੜੀਆਂ IS ਵਗੈਰਾ ਨਹੀਂ ਚਾਹੁੰਦੀਆਂ ਵੀ ਇਹ ਲੰਘਾ ਖੁੱਲਾ ਰਵੇ, ਲੇਕਿਨ ਸਰਕਾਰ ਦੀ ਕੋਸ਼ਿਸ਼ ਇਹਨੂੰ ਖੁੱਲਾ ਰੱਖਣ ਦੀ। ਤੇ ਲੇਕਿਨ ਕੱਲ ਜਿਹੜੀ ਗੱਲ ਹੋਈ ਸੀ ਸਾਡੇ ਉਧਰ ਪਾਕਿਸਤਾਨ ਦੇ ਰਮੇਸ਼ ਸਿੰਘ ਨੇ ਆਪਣੇ MNA, ਜਿਹਨੂੰ ਅਸੀਂ MP ਕਹਿੰਦੇ, ਉਹ ਮੈਂਬਰ ਆਫ ਨੈਸ਼ਨਲ ਅਸੈਂਬਲੀ ਕਹਿੰਦੇ ਆ, ਉਹਨਾਂ ਨੇ ਕਹਿ ਦਿੱਤਾ ਸੀ ਵੀ ਬਿਲਕੁਲ ਗਲਤ ਗੱਲ, ਉਹ ਮੁੰਡਾ ਮੇਰਾ ਰਿਸ਼ਤੇਦਾਰ ਆ, ਉਹਨੂੰ ਨਨਕਾਣਾ ਸਾਹਿਬ ਦੀ ਘਟਨਾ ਨਾਲ ਨਹੀਂ ਜੋੜਿਆ ਜਾ ਸਕਦਾ, ਲੇਕਿਨ ਅਸੀਂ ਉਹਦੀ ਪੜਤਾਲ ਕਰਾ ਰਹੇ ਹਾਂ, ਤਫਤੀਸ਼ ਕਰਾ ਰਹੇ ਹਾਂ, ਅਗਲੇ 1-2 ਦਿਨ ਤੁਹਾਨੂੰ ਦੱਸ ਦਿਆਂਗੇ ਵੀ ਇਹ ਕਤਲ ਕਿਹਨਾਂ ਨੇ ਕੀਤਾ ਤੇ ਕਿਉਂ ਕੀਤਾ। ਇੱਥੇ ਸਾਹਮਣੇ ਦੀ ਕੋਈ ਗੱਲ ਆਈ। ਤੇ ਪਲਵਿੰਦਰ ਸਿੰਘ ਤੇਰਾ ਸ਼ਾਦੀ ਕਰਾਉਣਾ ਸੀ ਆਪਣੀ, ਬੇਸਿਕਲੀ ਉਹਦਾ ਮਲੇਸ਼ੀਆ 'ਚ ਬਿਜ਼ਨਸ ਆਪਣਾ ਅੱਛਾ ਬਿਜ਼ਨਸ ਆ, ਸਿੱਖਾਂ ਦੇ ਮੁੰਡਿਆਂ ਦੇ ਵਿਦੇਸ਼ਾਂ ਦੇ ਵਿੱਚ ਚੰਗੇ ਬਿਜ਼ਨਸ ਹੈਗੇ ਆ। ਮੈਂ ਜਦੋਂ ਪਿੱਛੇ ਜੇ ਗਿਆ ਵਾ ਨਵੰਬਰ ਦੇ ਵਿੱਚ, 3 ਨਵੰਬਰ ਨੂੰ ਉੱਥੇ ਸ਼ਾਦੀ ਹੋ ਰਹੀ ਸੀ ਇੱਕ ਨਨਕਾਣਾ ਸਾਹਿਬ। ਮੈਂ ਪੁੱਛਿਆ ਵੀ ਲੜਕਾ ਕੀ ਕਰਦਾ, ਕਹਿੰਦੇ ਜੀ ਇਹਦਾ ਦੁਬਈ 'ਚ ਬਿਜ਼ਨਸ ਆ, ਇਹ ਸ਼ਾਦੀ ਕਰਾਉਣੀ ਇੱਥੇ ਆਪਣੀ ਆਇਆ ਬਸ। ਤੇ ਉਹ ਵੀ ਸ਼ਾਦੀ ਕਰਾਉਣ ਆਇਆ ਸੀ, ਸ਼ਾਦੀ ਦਾ ਸਮਾਨ ਖਰੀਦਣ ਗਿਆ ਸੀ, ਖਰੀਦਣ ਗਿਆ ਗੋਲੀਆਂ ਮਾਰਤੀਆਂ। ਮੁੜ ਕੇ ਜਿਹੜਾ ਪਹਿਲਾ ਸਿੱਖ ਨਿਊਜ਼ ਐਡੀਟਰ ਜਿਹੜਾ ਉੱਥੇ ਹਰਮੀਤ ਸਿੰਘ ਆ, ਉਹ ਪਹਿਲਾ ਸਿੱਖ ਨਿਊਜ਼ ਐਡੀਟਰ ਆ, ਉਸ ਬੰਦੇ ਨੂੰ ਫੋਨ ਤੇ ਦੱਸਿਆ ਵੀ ਤੇਰਾ ਭਰਾ ਮਾਰਤਾ, ਜਾ ਕੇ ਲਾਸ਼ ਚੁੱਕ ਲਿਆਓ ਤੁਸੀਂ। ਲੇਕਿਨ ਅਜੇ ਤੱਕ ਉੱਥੋਂ ਦੀ ਸਰਕਾਰ ਨੇ, ਉੱਥੋਂ ਦੇ ਪ੍ਰਸ਼ਾਸਨ ਨੇ ਇਹ ਸਪਸ਼ਟ ਨਹੀਂ ਕੀਤਾ ਵੀ ਇਹ ਕਾਰਾ ਕਿਹਦਾ ਵਾ। ਉਹ ਜਦੋਂ ਕਾਰਾ ਸਾਹਮਣੇ ਆਊਗਾ ਫਿਰ ਸੱਚਾਈ ਦਾ ਪਤਾ ਲੱਗੂਗਾ ਵੀ ਉਹਨੂੰ ਕਿਉਂ ਮਾਰਿਆ ਗਿਆ ਜੀ। ਅਣਖੀ ਸਾਹਿਬ, ਤੁਹਾਡੇ ਇਲਾਵਾ ਪਾਕਿਸਤਾਨ ਦੀ ਗੱਲ ਕਰਦੇ ਆ, ਜਦੋਂ ਵੀ ਕਿਤੇ ਪਾਕਿਸਤਾਨ ਦਾ ਨਾਂ ਲਿਆ ਜਾਂਦਾ ਹੈ ਤਾਂ ਇੱਕਦਮ ਇਸ ਤਰੀਕੇ ਦੀ ਗੱਲ ਜਿਹੜੀ ਆ ਉਹ ਸਾਹਮਣੇ ਆ ਜਾਂਦੀ ਆ ਕਿ ਉੱਥੇ ਕੁਝ ਰੈਡੀਕਲਸ ਨੇ, ਅੱਤਵਾਦੀ ਜਿਹੜੇ ਸੰਗਠਨ ਨੇ ਉਹ ਕੰਮ ਕਰਦੇ ਨੇ, ਬਹੁਤ ਇਸ ਤਰ੍ਹਾਂ ਦਾ ਕੁਛ ਹੁੰਦਾ। ਕਿਤੇ ਨਾ ਕਿਤੇ ਧਾਰਮਿਕ ਕੱਟੜਤਾ ਜਿਹੜੀ ਆ ਉਹ ਵੀ ਹੈਗੀ ਆ ਉੱਥੇ। ਧਾਰਮਿਕ ਕੱਟੜਤਾ ਬਹੁਤ ਹੈ ਜੀ। ਉਹਦੇ ਮੁਲਕੀ ਇਸਲਾਮੀ ਬਿਲਕੁਲ ਬਣਿਆ ਧਰਮ ਦੇ ਆਧਾਰ ਤੇ ਆ ਜੀ। ਤੇ ਇਸ ਕਰਕੇ ਆਪਾਂ ਧਰਮ ਤੋਂ ਉਸ ਨੂੰ ਵੱਖ ਨਹੀਂ ਕਰ ਸਕਦੇ ਤੇ ਨਾ ਹੀ ਧਾਰਮਿਕ ਕੱਟੜਤਾ ਨੂੰ ਆਪਾਂ ਵੱਖ ਕਰ ਸਕਦੇ ਆ ਜੀ। ਪਰ ਉਹਨਾਂ ਦੀ ਇਹ ਵੀ ਆਪਾਂ ਕਹਿ ਸਕਦੇ ਹਾਂ ਗੱਲ ਹੈਗੀ ਆ ਵੀ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਨਾ, ਨਾਨਕ ਸ਼ਾਹ ਫਕੀਰ, ਹਿੰਦੂਆਂ ਦਾ, ਸਿੱਖਾਂ ਦਾ ਗੁਰੂ ਤੇ ਮੁਸਲਮਾਨਾਂ ਦਾ ਪੀਰ। ਇਸ ਕਰਕੇ ਉਹ ਗੁਰੂ ਨਾਨਕ ਸਾਹਿਬ ਦੀ ਪੂਰੀ ਆਸਥਾ ਰੱਖਦੇ ਆ, ਪੂਰੀ ਸ਼ਰਧਾ ਰੱਖਦੇ ਆ। ਤੇ ਗੁਰੂ ਨਾਨਕ ਸਾਹਿਬ ਬਾਰੇ ਉਹ ਕਦੀ ਕੋਈ ਗਲਤ ਗੱਲ ਜਿਹੜੀ ਆ ਉਹਨਾਂ ਤੋਂ ਆਸ ਨਹੀਂ ਆਪਾਂ ਰੱਖ ਸਕਦੇ ਜਿਹੜੇ ਆਮ ਸ਼ਹਿਰੀ ਹੈਗੇ ਆ। ਹਾਂ, ਤੁਹਾਨੂੰ ਦੱਸਿਆ ਵਾ ਵੀ ਇਹ ਇੱਕ ਪਾਗਲਪਣ ਸੀ ਉਸ ਮੁੰਡੇ ਦਾ, ਉਸ ਮੌਲਵੀ ਦਾ, ਜਿਸਨੇ ਇਹ ਹਰਕਤ ਕੀਤੀ ਆ। ਤੇ ਪਰੰਤੂ ਆਪਾਂ ਆਵਾਮ ਜਿਹੜਾ ਉੱਥੋਂ ਦਾ ਹੈਗਾ ਵਾ, ਉਹ ਗੁਰੂ ਨਾਨਕ ਸਾਹਿਬ ਬਾਰੇ ਪੂਰੀ ਆਸਥਾ ਰੱਖਦਾ ਵਾ, ਪੂਰੀ ਸ਼ਰਧਾ ਰੱਖਦਾ ਵਾ। ਤੇ ਇਹਨਾਂ ਨੂੰ ਉਹ ਆਮ ਤੌਰ ਤੇ ਗੁਰਦੁਆਰਾ ਸਾਹਿਬ ਹੀ ਆਉਂਦੇ ਆ। ਇਸ ਕਰਕੇ ਇਹ ਨਹੀਂ ਗਾ ਗੱਲ ਕਿ ਉਹਨਾਂ ਦੇ ਧਾਰਮਿਕ ਕੱਟੜਤਾ ਕੋਈ ਰੁਕਾਵਟ ਆ ਹਿੰਦੂ ਸਿੱਖਾਂ ਦੇ ਵਿੱਚ, ਮੁਸਲਮਾਨ ਤੇ ਸਿੱਖਾਂ ਦੇ ਵਿੱਚ। ਉੱਥੇ ਜਿਹੜੇ ਮੁਸਲਮਾਨ ਰਹਿ ਰਹੇ, ਸਿੱਖ ਰਹਿ ਰਹੇ ਆ ਨਨਕਾਣਾ ਸਾਹਿਬ ਜਾਂ ਬਾਕੀ ਪਾਕਿਸਤਾਨ ਦੇ ਵਿੱਚ ਵੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਵੇਖੀ ਸੀ ਵੀ ਤੁਹਾਨੂੰ ਕੋਈ ਮੁਸ਼ਕਿਲ ਤਾਂ ਨਹੀਂ ਗਈ। ਕਹਿੰਦੇ ਨਹੀਂ। ਅਸੀਂ ਆਖਿਆ ਵੀ ਜਦੋਂ ਕੋਈ ਦੁੱਖ ਹੁੰਦਾ, ਸੁੱਖ ਹੁੰਦਾ ਵਾ, ਤੁਹਾਡੇ ਆਪਸ ਵਿੱਚ ਕਿਹਨਾਂ ਦਾ ਮੇਲ ਮਿਲਾਪ ਆ। ਆਂਦੇ ਜੀ ਬਿਲਕੁਲ ਸਾਡਾ ਇੱਕ ਭਰਾਵਾਂ ਵਾਂਗੂ ਵੀ ਮੇਲ ਮਿਲਾਪ ਆ। ਸਾਡਾ ਦੁੱਖ ਸੁੱਖ ਜਦੋਂ ਸਿੱਖਾਂ ਨੂੰ ਹੁੰਦਾ ਵਾ ਉਦੋਂ ਮੁਸਲਮਾਨ ਸਾਡੇ ਸਹਾਈ ਹੁੰਦੇ ਆ, ਤੇ ਜਦੋਂ ਮੁਸਲਮਾਨਾਂ ਨੂੰ ਹੁੰਦਾ ਵਾ ਉਦੋਂ ਸਿੱਖ ਸਾਡੇ ਸਹਾਈ ਹੁੰਦੇ ਆ। ਇਸ ਕਰਕੇ ਕਿਸੇ ਕਿਸਮ ਦੀ ਉੱਥੇ ਫਿਰਕੂ ਜਿਹੜੀ ਆ ਵੰਡ, ਉਹ ਇਹਨਾਂ ਦੋਵਾਂ ਕੌਮਾਂ ਦੇ ਵਾਸਤੇ ਮੁਸ਼ਕਲ ਦੀ ਘੜੀ ਨਹੀਂ ਹੈਗੀ। ਹਾਂ, ਠੀਕ ਆ ਵੀ ਜਿਹੜੀ ਇਹ ਜਿਹੜਾ ਜਨੂਨ ਆ ਉਹ ਆਪਣੇ ਇੱਧਰ ਵੀ ਹੈਗਾ ਵਾ ਤੇ ਉਧਰ ਵੀ ਹੈਗਾ ਵਾ। ਤੇ ਪਰੰਤੂ ਇਹ ਜਨੂਨ ਨੂੰ ਕਾਬੂ ਕਰਨ ਵਾਸਤੇ ਵੀ ਜਿਹੜੇ ਆ ਨਾ, ਉਹਨੂੰ ਕੰਟਰੋਲ 'ਚ ਰੱਖਣ ਵਾਸਤੇ ਵੀ ਜਿਹੜੀਆਂ ਫੋਰਸਿਸ ਉੱਥੇ ਹੈਗੀਆਂ ਵਾ। ਜੀ ਡਾਕਟਰ ਸਾਹਿਬ, ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਭਵਿੱਖ ਦੇ ਵਿੱਚ ਨਾ ਵਾਪਰਨ, ਇਸ ਵਾਸਤੇ ਤੁਸੀਂ ਕੀ ਸਮਝਦੇ ਹੋ ਕਿਸ ਤਰ੍ਹਾਂ ਦੇ ਕਦਮ ਜਿਹੜੇ ਆ ਉਹ ਚੁੱਕੇ ਜਾਣੇ ਚਾਹੀਦੇ ਆ ਦੋਨੋਂ ਦੇਸ਼ਾਂ ਦੀਆਂ ਸਰਕਾਰਾਂ ਜਿਹੜੀਆਂ ਆ ਉਹਨਾਂ ਨੂੰ, ਤਾਂ ਜੋ ਭਰਾਤਰੀ ਭਾਵ ਦੇ ਨਾਲ ਲੋਕ ਰਹਿ ਸਕਣ? ਕਿਉਂਕਿ ਲੋਕ ਤਾਂ ਉਹੀ ਨੇ ਜਿਹੜੇ ਪਹਿਲਾਂ ਇੱਕ ਲਕੀਰ ਖਿੱਚੇ ਜਾਣ ਤੋਂ ਪਹਿਲਾਂ ਰਹਿੰਦੇ ਸੀਗੇ
ਇੱਕ ਲਕੀਰ ਖਿੱਚੀ ਗਈ ਹੈ ਉਹਨਾਂ ਦੇ ਵਿੱਚ, ਵੱਖ-ਵੱਖ ਕੀਤਾ ਗਿਆ ਆ ਉਹਨਾਂ ਨੂੰ, ਪਰ ਅਸਲ ਦੇ ਵਿੱਚ ਹੈ ਤਾਂ ਪਹਿਲਾਂ ਇਕੱਠੇ ਸੀਗੇ। ਹਾਂਜੀ ਹਾਂਜੀ, ਗੱਲ ਇਹ ਵੀ ਅਸਲ ਜਿਹੜੀਆਂ ਲੜਾਈਆਂ ਹੋਈਆਂ ਨੇ ਹਿੰਦ ਪਾਕ ਦੀਆਂ ਜੀ, ਪਹਿਲਾਂ ਬੜੀ ਆਵਾਜਾਈ ਸੀ, ਸਾਡੇ ਲੋਕ ਆਉਂਦੇ ਜਾਂਦੇ ਸੀ ਜੀ, ਸਾਡੇ ਤਖੀਆ ਹੈਗਾ ਘੁਮਟਾਲੇ, ਅਨਾਇਤ ਮਸੀਹ ਜੀ, ਸਾਲ ਦੇ ਸਾਲ ਜੀ, ਉੱਥੇ ਰੌਣਕ ਮੇਲਾ ਕਰਦੇ, ਇਸ ਤਰ੍ਹਾਂ ਮੇਲੇ ਬੜੇ ਲੱਗਦੇ ਸੀਗੇ। ਜੀ, ਜੋ ਲੜਾਈ 71 ਦੀ ਹੋਈ ਹੈ ਉਦੋਂ ਬਾਅਦ ਇਹ ਆਵਾਜਾਈ ਬੰਦ ਹੋ ਗਈ। ਇਸ ਕਰਕੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਲੋੜ ਆ ਸਾਨੂੰ ਵੀ ਲੋਕਾਂ ਦੇ ਆਪਸ ਵਿੱਚ ਆਉਣ ਜਾਣਾ ਬਣੇ। ਹੁਣ ਦੇਖੋ ਰਾਏ ਬਲਾਲ ਭੱਟੀ ਦੇ ਪਰਿਵਾਰ ਨੂੰ ਵੀਜ਼ਾ ਨਹੀਂ ਮਿਲ ਰਿਹਾ, ਉਹਨੇ ਫੋਟੋ ਲੱਗਣੀ ਦਰਬਾਰ ਸਾਹਿਬ, ਭਾਰਤ ਸਰਕਾਰ ਵੀਜ਼ਾ ਨਹੀਂ ਦੇ ਰਹੀ, ਉਹ ਦੇਣਾ ਚਾਹੀਦਾ। ਦੂਜੀ ਗੱਲ ਉਦੋਂ ਲੋਕਾਂ ਨੂੰ ਜਿਹੜੇ ਉੱਥੇ, ਮੈਂ ਇੱਕ ਹੋਰ ਤੁਹਾਡਾ ਗੱਲ ਸਾਂਝੀ ਕਰਨੀ ਆ ਵੀ ਨਨਕਾਣੇ ਸਾਹਿਬ ਨਾ ਸ਼ਾਮ ਨੂੰ 5 ਵਜੇ ਤੋਂ ਬਾਅਦ ਮੁਸਲਮਾਨਾਂ ਦੀ ਐਂਟਰੀ ਬੰਦ ਹੈਗੀ ਹੈ। ਉਹ ਇਸ ਕਰਕੇ ਬੰਦ ਕੀਤੀ ਹੈ ਕਿਉਂਕਿ ਰਹਿ ਰਸ ਪੜ੍ਹਨੀ ਹੁੰਦੀ ਹੈ ਸ਼ਾਮ ਨੂੰ, ਉਹ ਸਵੇਰੇ 9 ਤੋਂ 5 ਤੱਕ ਸਵੇਰੇ ਜਾ ਸਕਦੇ ਆ, 5 ਵਜੇ ਤੋਂ ਬਾਅਦ ਬੰਦ ਹੈ। ਇਸ ਤਰ੍ਹਾਂ ਮੇਰਾ ਕਹਿਣ ਦਾ ਭਾਵ ਇਸ ਤਰ੍ਹਾਂ ਹੀ ਜਿਹੜੇ ਗੁਰਦੁਆਰੇ ਸਾਡੇ ਨੇ ਪਹਿਲਾਂ ਬੜੇ ਬੰਦ ਪਏ ਸੀ, ਕਈ ਬੰਦ ਟੱਠੇ ਗੁਰਦੁਆਰੇ ਸੀ, ਟੱਟ ਗਏ, ਤੇ ਉਹ ਜਿਹੜੇ ਹੁਣ ਹੌਲੀ ਹੌਲੀ ਉੱਥੇ ਉਹਨਾਂ ਦੀ ਉਸਾਰੀ ਹੋ ਰਹੀ ਹੈ, ਬਾਹਰੋਂ ਲੋਕੀ ਪੈਸੇ ਭੇਜ ਰਹੇ, ਲੋਕ ਜਾ ਰਹੇ। ਇਸੇ ਸਾਨੂੰ ਕਿਤੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸਾਡੀ ਵੀ ਇਹ ਗੁਰਦੁਆਰੇ ਗਿਣਤੀ ਵਧਾਉਣ, ਸਾਰਾ ਸਾਲ ਹੀ ਜਿੱਥੇ ਨਾ ਵੱਖ ਗੁਰਦੁਆਰੇ ਜਾਣ ਤਾਂ ਜੋ ਸੰਗਤ ਜਾਵੇ, ਸੰਗਤ ਜਾਏਗੀ ਤਾਂ ਗੁਰਦੁਆਰੇ ਉੱਥੇ ਗ੍ਰੰਥੀ ਹੋਣਗੇ। ਇਸ ਕਰਕੇ ਇਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਵਾ ਇਹ ਉਹਨਾਂ ਪਾਕਿਸਤਾਨ ਨਾਲ ਗੱਲਬਾਤ ਕਰਕੇ, ਭਾਰਤ ਸਰਕਾਰ ਦੇ ਨਾਲ ਵੀ ਗੱਲਬਾਤ ਕਰਕੇ ਸਾਡੇ ਗ੍ਰੰਥੀ ਉੱਥੇ ਰੱਖਣੇ ਚਾਹੀਦੇ, ਗੁਰਦੁਆਰੇ ਗ੍ਰੰਥੀ ਨਹੀਂ ਹੈਗੇ। ਇਸ ਤਰ੍ਹਾਂ ਹੀ ਬਾਕੀ ਕਈ ਗੁਰਦੁਆਰੇ ਮਹਾਰਾਜਾ ਰਣਜੀਤ ਸਿੰਘ ਦਾ ਬੇਰ ਸਾਹਿਬ ਗੁਰਦੁਆਰਾ, ਉੱਥੇ ਤਲਾਬ ਬਣਾਏ ਮਹਾਰਾਜਾ ਰਣਜੀਤ ਸਿੰਘ ਨੇ, ਬੜਾ ਸਾਰੇ ਗੁਰਦੁਆਰੇ ਬਹੁਤੇ ਉਹਨਾਂ ਦੇ ਸਾਰੇ ਆ, ਉਹਨਾਂ ਦੀ ਹਾਲਤ ਮਾੜੀ ਹੈ ਸਰ ਕੇ ਵੀ ਸਾਂਭ ਸੰਭਾਲ ਨਹੀਂ ਹੋ ਰਹੀ, ਸਾਂਭ ਸੰਭਾਲ ਦੀ ਲੋੜ ਬੜੀ ਲੋੜ ਹੈ, ਉਹ ਵੀ ਦਿੱਤਾ ਜਾਣਾ ਚਾਹੀਦਾ ਵਾ। ਪੱਟੀ ਸਾਹਿਬ, ਡਿਪਲੋਮੈਟਸ ਜਿਹੜੇ ਹੈਗੇ ਆ ਕਿਤੇ ਨਾ ਕਿਤੇ, ਜਿਵੇਂ ਵੀਜ਼ੇ ਦੀ ਗੱਲ ਕੀਤੀ ਡਾਕਟਰ ਸਾਹਿਬ ਨੇ, ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਅਜਿਹਾ ਵਾਪਰ ਰਿਹਾ ਆ ਕਿ ਜਿੱਥੇ ਕੋਈ ਜਾਣਬੁੱਝ ਕੇ ਵੀ ਕੁਛ ਕੰਮ ਜਿਹੜੇ ਉਹ ਨਹੀਂ ਕੀਤੇ ਜਾ ਰਹੇ। ਜਿਵੇਂ ਦਰਬਾਰ ਸਾਹਿਬ ਤਸਵੀਰ ਜਿਹੜੀ ਆ ਉਹ ਲੱਗਣੀ ਆ ਤਾਂ ਉਹਨਾਂ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਉੱਥੋਂ। ਇਕੱਲੇ ਉਹਨਾਂ ਨੂੰ ਨਹੀਂ ਆਉਣ ਦਿੱਤਾ ਜਾ ਰਿਹਾ ਜੀ, ਸਾਡਾ ਇੱਕ ਪਾਕਿਸਤਾਨ ਤੋਂ ਔਰਤਾਂ ਦਾ ਜੱਥਾ ਆਉਣਾ ਸੀ 550 ਸਾਲਾਂ ਤੇ ਕੀਰਤਨ ਕਰਨ ਵਾਸਤੇ ਉੱਥੇ ਜੀ, ਉਸ ਜਥੇ ਨੂੰ ਵੀ ਰੋਕਿਆ ਗਿਆ। ਸ਼੍ਰੋਮਣੀ ਕਮੇਟੀ ਨੇ ਪੱਤਰ ਵੀ ਲਿਖ ਕੇ ਦਿੱਤਾ, ਜਥੇਦਾਰ ਨੇ ਸਖਤ ਨਿਰਦੇਸ਼ ਵੀ ਦਿੱਤੇ, ਲੇਕਿਨ ਉਹ ਜਥਾ ਵੀ ਨਹੀਂ ਆ ਸਕਿਆ। ਰਾਏ ਬਲਾਰ ਦੀ ਤਸਵੀਰ ਅੱਜ ਤੱਕ ਨਹੀਂ ਲੱਗੀ ਸਿੱਖ ਅਜਾਇਬ ਘਰ ਦੇ ਵਿੱਚ, ਤੇ ਸ਼੍ਰੋਮਣੀ ਕਮੇਟੀ ਨੇ ਇੱਕ ਸੁਪਨਾ ਲਿਆ ਸੀ ਵੀ ਤਸਵੀਰ ਅਸੀਂ ਲਾਉਣੀ ਹੈ, ਤੇ 2 ਵਾਰੀ ਉਹ ਸਗਾਬ ਸਭਾ ਨੂੰ ਮੁਲਤਵੀ ਕਰ ਦਿੱਤਾ ਗਿਆ ਜੀ, ਤਾਂ ਕਿ ਜਿਹੜੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਰਾਏ ਅਕਰਮ ਭੱਟੀ, ਰਾਏ ਸਲੀਮ ਅਕਬਰ ਭੱਟੀ, ਰਾਏ ਬਲਾਲ ਅਕਬਰ ਭੱਟੀ, ਜਿਹੜੇ ਇਹ 3 ਜਿਹੜੇ ਪਿਓ ਪੁੱਤ ਨੇ, ਇਹ ਤਿੰਨੇ ਉਸ ਪਰਿਵਾਰ ਚੋਂ ਨੇ। ਔਰ ਜਿਸ ਦਿਨ ਅਟੈਕ ਹੋਇਆ ਵਾ ਉੱਥੇ ਨਨਕਾਣਾ ਸਾਹਿਬ, ਤੇ ਮੈਨੂੰ ਉਹਨਾਂ ਦਾ ਫੋਨ ਆਇਆ ਵੀ ਅਸੀਂ ਹੁਣੇ ਜਾ ਰਹੇ ਉੱਥੇ ਨਨਕਾਣਾ ਸਾਹਿਬ ਜੀ, ਵੀ ਕੌਣ ਹੋਵੇਗਾ ਅਟੈਕ ਕਰਨ ਵਾਲਾ ਨਨਕਾਣਾ ਸਾਹਿਬ ਦੇ ਉੱਤੇ। ਤੇ ਉਹਨਾਂ ਦੀ ਪਰਿਵਾਰ ਦੀ ਇੰਨੀ ਸ਼ਰਧਾ ਹੈ ਕਿ ਬਾਬੇ ਨਾਨਕ ਦੇ ਵਿੱਚ, ਤੇ ਉਹਨਾਂ ਨੂੰ ਵੀ ਨਹੀਂ ਦਿੱਤਾ ਵੀਜ਼ਾ। ਤੇ ਜਦੋਂ ਇਹਦੇ ਬਾਰੇ ਉੱਥੋਂ ਦੇ ਹਾਈ ਕਮਿਸ਼ਨ ਨਾਲ ਗੱਲ ਕੀਤੀ, ਤੇ ਹਾਈ ਕਮਿਸ਼ਨ ਦਾ ਇਹ ਸ਼ਬਦ ਸੀਗਾ ਵੀ ਉਹ ਕਹਿੰਦਾ ਜੀ ਵੇਖੋ ਅਸੀਂ ਇਹ ਵੀਜ਼ਾ ਭੇਜਿਆ ਸੀ ਹੋਮ ਮਿਨਿਸਟਰ ਆਫ ਇੰਡੀਆ ਨੂੰ, ਉੱਥੋਂ ਸਾਨੂੰ ਇਜਾਜ਼ਤ ਨਹੀਂ ਮਿਲੀ। ਇਹਦੇ ਵਿੱਚ ਜਿਹੜੀ ਬੀਬੀ ਹਰਸਿਮਰਤ ਕੌਰ ਬਾਦਲ ਜੇ ਸਿੰਸੀਅਰ ਹੈ ਤੇ ਉਹਨੂੰ ਚਾਹੀਦਾ ਵੀ ਇਹ ਮਾਮਲਾ ਜਲਵਾ ਬਕਾਇਦਾ ਤੌਰ ਤੇ ਹੋਮ ਮਿਨਿਸਟਰ ਕੋ ਉਠਾ ਕੇ ਤੇ ਇਹਨਾਂ ਦੀ ਪ੍ਰਵਾਨਗੀ ਕਰਾਵੇ ਜੀ। ਉਹ ਇੱਕ ਧਾਰਮਿਕ ਤੌਰ ਤੇ ਆ ਰਹੇ ਨੇ, ਉਹਨਾਂ ਦਾ ਹੱਕ ਆ, ਲੇਕਿਨ ਵੇਖੋ ਇੱਕ ਬੜੀ ਵੱਡੀ ਗੱਲ ਆ, ਅੱਜ ਸਾਡੇ ਦੋਵੇਂ ਪ੍ਰਧਾਨ ਮੰਤਰੀ ਦੇਸ਼ਾਂ ਦੇ ਇੱਕ ਦੂਜੇ ਨੂੰ ਮਿਲ ਕੇ ਖੁਸ਼ ਨਹੀਂ, ਹੱਥ ਮਿਲਾ ਕੇ ਖੁਸ਼ ਨਹੀਂ। ਸਾਡਾ ਵਪਾਰ ਬੰਦ ਆ, ਸਾਡੀ ਟ੍ਰੇਨ ਬੰਦ ਆ, ਸਾਡਾ ਹਵਾਈ ਸੇਵਾ ਬੰਦ ਆ। ਉਹਨਾਂ ਦਿਨਾਂ 'ਚ ਜੇ ਕਰਤਾਰਪੁਰ ਦਾ ਲਾਂਘਾ ਖੁੱਲ੍ਹਾ ਤੇ ਮੈਂ ਸੋਚਦਾ ਵੀ ਬਾਬੇ ਨਾਨਕ ਦੀ ਕਿਰਪਾ ਹੀ ਕੋਈ ਹੋਈ ਹੈ। ਇਸ ਕਰਕੇ ਇਹਦੇ ਵਿੱਚ ਵੀ ਹੁਣ ਕਿਰਪਾ ਦੀ ਗੱਲ ਆ, ਬਾਬੇ ਨਾਨਕ ਅੱਗੇ ਅਰਦਾਸ ਉਦੜੀ ਕਰ ਸਕਦੇ ਹਾਂ, ਕਿਉਂਕਿ ਇਸ ਵੇਲੇ ਬੀਜੇਪੀ ਦੀ ਸਰਕਾਰ ਜਿਹੜੀ ਹੈ ਨਾ, ਉਹ ਨਹੀਂ ਚਾਹੁੰਦੀ ਵੀ ਪਾਕਿਸਤਾਨ ਕਿਸੇ ਤਰੀਕੇ ਨਾਲ ਕਿ ਅਸੀਂ ਆਪਣੇ ਸੰਬੰਧ ਵਧਾਈਏ। ਡਾਕ ਸੇਵਾ ਪਿੱਛੇ ਸ਼ੁਰੂ ਕੀਤੀ ਸੀ ਇਹਨਾਂ ਨੇ, ਬਾਕੀ ਹੈਗੇ ਵਪਾਰ ਵਪੂਰ ਸਾਰੇ ਬੰਦ ਪਏ ਨੇ। ਜਿਹਦਾ ਚ ਉਹ ਸ਼ੁਰੂ ਹੁੰਦੇ ਉਹਨਾਂ ਚਿਰ ਮੈਨੂੰ ਨਹੀਂ ਉਮੀਦ ਵੀ ਇਹ ਉਹਨਾਂ ਨੂੰ ਵੀਜ਼ੇ ਮਿਲਣਗੇ ਜੀ। ਜੀ ਜੀ, ਸੋ ਬਿਲਕੁਲ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਸਾਡੇ ਕੋਲ ਸਿਰਫ ਅੱਧੇ ਕੁ ਮਿੰਟ ਦਾ ਰਹਿ ਗਿਆ ਆ। ਲਾਸਟ ਦੇ ਉੱਤੇ ਅਣਖੀ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜੀ, ਸਾਡੀ ਤੇ ਅਰਦਾਸ ਹੀ ਆ ਜੀ ਕਿ ਦੋਵਾਂ ਮੁਲਕਾਂ ਦੇ ਆਪਸੀ ਭਾਈਚਾਰਕ ਸੰਬੰਧ ਹੋਣ ਜੀ, ਸਾਂਝੀ ਵਾਰਤਾ ਦੇ ਸੰਬੰਧ ਹੋਣ ਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਜਿਹੜੀਆਂ ਵਾ ਜੀ ਉਹ ਆਪਣੇ
ਜਿਹੜੇ ਰਾਜਨੀਤਿਕ ਹਿੱਤ ਆ ਇਹਨਾਂ ਤੋਂ ਲੋਕਾਂ ਦੇ ਹਿੱਤ ਕੁਰਬਾਨ ਨਾ ਕਰਨ ਜੀ। ਜਿਸ ਤਰ੍ਹਾਂ ਹੁਣ ਭਾਰਤ ਦੇ ਵਿੱਚ ਸੀਏ ਜਿਹੜਾ ਵਗੈਰਾ ਰੌਲਾ ਪੈ ਰਿਹਾ ਵਾ, ਇਸ ਵਿੱਚ ਮੁਸਲਮਾਨ ਕਮਿਊਨਿਟੀ ਨਾਲ ਜੋ ਵਿਤਕਰਾ ਕੀਤਾ ਗਿਆ ਵਾ, ਇਹ ਵੀ ਨਹੀਂ ਹੋਣਾ ਚਾਹੀਦਾ ਜੀ। ਇਹ ਕੁਝ ਤੇ ਭਾਜਪਾ ਨੇ ਕੰਮ ਕੀਤਾ ਵਾ ਤੇ ਦੂਸਰਾ ਬਲਦੀ ਦੇ ਤੇਲ ਪਾਤਾ ਦੂਜੀਆਂ ਜਿਹੜੀਆਂ ਪਾਰਟੀਆਂ ਵਾ ਇਸ ਮਸਲੇ ਨੂੰ ਉਛਾਲ ਕੇ, ਜਦ ਕਿ ਇਸ ਨੂੰ ਇਹ ਲੋਕਾਂ 'ਚ ਸੁਲਝੇ ਢੰਗ ਨਾਲ ਸ਼ਾਂਤਮਈ ਢੰਗ ਨਾਲ ਖੜਨਾ ਚਾਹੀਦਾ ਸੀ ਤੇ ਤਾਂ ਕਿ ਇਹ ਦੁਨੀਆ ਦਾ ਬਹੁਤਾ ਇੱਕ ਇਸ਼ੂ ਨਾ ਬਣਦਾ, ਪਰੰਤੂ ਇਹ ਵੀ ਇਸ਼ੂ ਬਣ ਗਿਆ ਵਾ। ਇਹਦੇ ਨਾਲ ਵੀ ਦੋਵਾਂ ਦੇਸ਼ਾਂ ਦੀ ਜਿਹੜੀ ਕਮਿਊਨਿਟੀ ਆ, ਕਿਉਂਕਿ ਹਰ ਥਾਂ ਤੇ ਮੁਸਲਮਾਨ ਹਿੰਦੂ ਦਾ ਜਿਹੜਾ ਰੌਲਾ ਪੈ ਰਿਹਾ, ਇਹ ਠੀਕ ਆ ਭਾਜਪਾ ਦਾ ਵੋਟ ਬੈਂਕ ਤੇ ਪੱਕਾ ਹੋ ਗਿਆ ਵਾ, ਪਰੰਤੂ ਦੇਸ਼ ਦਾ ਜਿਹੜਾ ਸਾਡਾ ਭਾਈਚਾਰਕ ਮਾਹੌਲ ਆ ਉਸ ਨੂੰ ਜ਼ਰੂਰ ਸੱਟ ਵੱਜੀ ਆ ਤੇ ਸਰਕਾਰ ਨੂੰ ਚਾਹੀਦਾ ਵਾ ਵੀ ਇਹ ਸੱਟਾ ਨਾ ਮਾਰੇ। ਦੇਸ਼ ਤਰੱਕੀ ਤਾਂ ਹੀ ਕਰ ਸਕਦਾ ਵਾ ਜੇ ਭਾਈਚਾਰਕ ਸਦਭਾਵਨਾ ਦਾ ਮਾਹੌਲ ਹੋਊਗਾ, ਤੇ ਜੇ ਇਸ ਤਰ੍ਹਾਂ ਦਾ ਨਫ਼ਰਤ ਵਾਲਾ ਮਾਹੌਲ ਬਣ ਗਿਆ ਤੇ ਦੇਸ਼ ਤਰੱਕੀ ਨਹੀਂ ਕਰੂਗਾ, ਦੇਸ਼ ਪਿਛਾਂਹ ਚਲ ਜਾਊਗਾ ਜੀ। ਸੋ ਬਿਲਕੁਲ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਅਸੀਂ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦੇ ਹਾਂ। ਸੋ ਦੇਸ਼ ਵਿਦੇਸ਼ ਦੇ ਸਰੋਤਿਆਂ ਦੇ ਨਾਲ ਜਿਹੜੀ ਸਾਂਝ ਪਾਈ ਹੈ ਇਸ ਮਸਲੇ ਦੇ ਉੱਤੇ ਗੱਲਬਾਤ ਕਰਨੀ ਬੜੀ ਅਹਿਮ ਸੀਗੀ। ਸੋ ਅਸੀਂ ਕੋਸ਼ਿਸ਼ ਕੀਤੀ ਇਸ ਪ੍ਰੋਗਰਾਮ ਦੇ ਵਿੱਚ ਕਿ ਸਾਰੇ ਪੁਆਇੰਟ ਆਫ ਵਿਊਜ਼ ਤੋਂ ਗੱਲਬਾਤ ਜਿਹੜੀ ਆ ਉਹ ਕੀਤੀ ਜਾਵੇ। ਸੋ ਅਸੀਂ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਦਾ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਇਸ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਈਏ। ਇੱਥੇ ਤੁਹਾਡੇ ਤੋਂ ਆਗਿਆ ਚਾਹਾਂਗੇ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।